ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਪ੍ਰਾਈਮ ਏਸ਼ੀਆ ਟੀਵੀ ਤੇ ਵੇਖ ਰਹੇ ਹੋ ਤੁਸੀਂ। ਮੈਂ ਹਾਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਟੈਣਾ ਸਾਹਿਬ ਅੱਜ ਜੱਚ ਰਹੇ ਹੋ। ਅੱਛਾ ਜੀ, ਜੀ ਬੜੀ ਮਿਹਰਬਾਨੀ। ਰੰਗ ਬਰੰਗਾ ਡੱਬੀਆਂ ਵਾਲਾ ਝੱਗਾ ਪਾਇਆ। ਹਾਂ, ਬਸ ਕਦੇ ਕਦੇ ਪਾਉਨੇ ਆ। ਦੇਖੋ ਗਰਮੀਆਂ ਦੇ ਵਿੱਚ ਇਹੋ ਜਿਹੇ ਰੰਗ ਚੰਗੇ ਲੱਗਦੇ ਨੇ। ਅੱਛਾ ਜੀ, ਜੀ ਬੜੀ ਮਿਹਰਬਾਨੀ। ਜੀ ਆਪਾਂ ਇੱਕ ਦੋ ਹੋਰ ਲੈ ਲੈਣੇ ਆ। ਵਾਹ ਕੀ ਬਾਤ ਹੈ, ਲੈਣੇ ਚਾਹੀਦੇ ਵੀ ਨੇ ਟੈਣਾ ਸਾਹਿਬ, ਬੰਦਾ ਜੱਚਦਾ ਹੈ। ਅੱਛਾ ਹਾਂ ਚਲੋ ਫਿਰ ਠੀਕ ਆ ਜੀ। ਤੇ ਆਪਾਂ ਹੁਣ ਮੌਸਮ ਦੀ ਹਾਲ ਬਿਆਨੀ ਮੌਸਮ ਵੀ ਬੜਾ ਤੱਤਾ ਤੇ ਕਹਿੰਦੇ ਆ ਮੌਸਮ ਵਿਭਾਗ ਵਾਲੇ ਵੀ 2 ਦਿਨ ਪੰਜਾਬ ਦੇ ਵਿੱਚ ਧੂਲ ਭਰੀ ਆਂधी ਚੱਲ ਸਕਦੀ ਹੈ। ਅੱਛਾ ਜੀ, ਕਿਉਂਕਿ ਮੈਂ ਹਿੰਦੀ ਅਖਬਾਰ 'ਚ ਪੜ੍ਹਿਆ ਨਾ, ਮੈਂ ਉਵੇਂ ਹੀ ਕਹਿਣਾ। ਜੀ ਕਹਿੰਦੇ ਵੀ ਧੂੜ ਭਰੀ ਹਨੇਰੀ ਚੱਲ ਸਕਦੀ ਆ, ਕੁਝ ਕੁ ਥਾਵਾਂ ਤੇ ਛਿੱਟੇ ਪੈ ਸਕਦੇ ਆ, ਪਰ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਸਵੇਰ ਦੇ ਵੇਲੇ ਵੱਟ ਕੱਢ ਧੁੱਪ ਨਿਕਲੀ ਆ, ਲੱਗਦਾ ਨਹੀਂ ਵੀ ਆਂधी ਊਂਦੀ ਚੱਲਣੀ ਕਿਤੇ। ਇਹ ਤਾਂ ਮੌਸਮ ਵਾਲੇ ਕੱਲ ਵੀ ਕਹਿੰਦੇ ਸੀ ਕਿ ਹਨਾ ਅੱਜ ਵੀ ਹਨੇਰੀ ਚੱਲੂਗੀ, ਅੱਜ ਵੀ ਤੂਫਾਨ ਆ ਸਕਦਾ ਹੈ, ਮਿੱਟੀ ਭਰੀ ਹਨੇਰੀ ਚੱਲ ਸਕਦੀ ਹੈ, ਹਨਾ ਇਹ ਸਾਰੀਆਂ ਗੱਲਾਂ ਕੱਲ ਵੀ ਲਿਖੀਆਂ ਸੀ। ਪਹਿਲੀ ਗੱਲ ਤਾਂ ਇਉਂ ਚੱਲੇ ਹੀ ਨਾ, ਤੇ ਦੂਜੀ ਗੱਲ ਇਹ ਆ ਵੀ ਉਹਨਾਂ ਦੀ ਕਹੀ ਹੋਈ ਗੱਲ ਕਿੰਨੀ ਕੁ ਵਾਰ ਸੱਚੀ ਸਾਬਤ ਹੁੰਦੀ ਆ। ਜਦੋਂ ਕਹਿੰਦੇ ਹੜ੍ਹ ਆਉਣੇ ਕਿਤੇ ਸੋਕਾ ਪੈ ਜਾਂਦਾ, ਜਦੋਂ ਕਹਿੰਦੇ ਸੋਕਾ ਪੈ ਜਾਣਾ ਡੋਬਾ ਪੈ ਜਾਂਦਾ, ਕਰੀਏ ਕੀ? ਬਿਲਕੁਲ, ਪਰ ਪਤਾ ਨਹੀਂ ਆਪਣੀ ਇੱਥੇ ਇਦਾਂ ਹੁੰਦਾ ਹੈ, ਬਾਹਰਲੇ ਮੁਲਕਾਂ 'ਚ ਤਾਂ ਸਾਰਾ ਕੁਝ ਬਿਲਕੁਲ ਸਹੀ ਹੁੰਦਾ ਹੈ। ਉਹ ਮੁਲਕ ਬਾਹਰਲੇ ਆ, ਉਹ 7 ਬੈਂਡ ਤੋਂ ਘੱਟ ਵਾਲਾ ਬੰਦਾ ਵੜ ਨਹੀਂ ਦਿੰਦੇ ਉਧਰ। ਸਹੀ ਗੱਲ ਹੈ। ਇੱਧਰ 6 ਬੈਂਡ ਵਾਲੇ ਵਿਆਹ ਤੇ ਆਏ ਹੁੰਦੇ ਆ। ਹਾਂ ਟੰਟੜੇ ਨੜੇ ਬਿਲਕੁਲ ਸਹੀ। ਤੇ ਟੈਣਾ ਸਾਹਿਬ ਚੱਜ ਦਾ ਵਿਚਾਰ ਪੇਸ਼ ਕਰ ਦਿਓ। ਦੇਖੋ ਵੀ ਚੱਜ ਦਾ ਵਿਚਾਰ ਬੜਾ ਸਪਸ਼ਟ ਆ ਅੱਜ ਦੇ ਸੰਦਰਭ ਦੇ ਵਿੱਚ ਕਿ ਸਬਸਿਡੀ ਤੇ ਕਰਜ਼ ਮਾਫੀ ਸਿਰਫ ਕਾਰਪੋਰੇਟ ਲੋਕਾਂ ਦੇ ਲਈ ਆ। ਸਬਸਿਡੀ ਤੇ ਕਰਜ਼ ਮਾਫੀ ਸਿਰਫ ਕਾਰਪੋਰੇਟ ਲੋਕਾਂ ਵਾਸਤੇ ਆ, ਤੇ ਪੈਨਸ਼ਨ ਸਿਰਫ ਨੇਤਾਵਾਂ ਦੇ ਵਾਸਤੇ ਆ, ਤੇ ਬਾਕੀ ਸਾਰੇ ਲੋਕਾਂ ਦੇ ਵਾਸਤੇ ਆਤਮ ਨਿਰਭਰਤਾ। ਆਤਮ ਨਿਰਭਰ ਬਣੋ। ਬਿਲਕੁਲ ਸਹੀ ਗੱਲ ਹੈ। ਦੇਖੋ ਆਤਮ ਨਿਰਭਰ ਹੀ ਬਣਨਾ ਪਏਗਾ ਤਾਂ ਹੀ ਗੁਜ਼ਾਰਾ ਹੋਣਾ, ਨਹੀਂ ਤਾਂ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਨਾ, ਬਿਨਾਂ ਆਤਮ ਨਿਰਭਰਤਾ ਤੋਂ ਕੁਛ ਨਹੀਂ ਹੱਥ ਰਹਿਣਾ, ਕੁਛ ਵੀ ਨਹੀਂ ਤੁਹਾਡੇ ਪੱਲੇ ਪੈਣਾ। ਪ੍ਰਧਾਨ ਮੰਤਰੀ ਸਾਹਿਬ ਨੇ ਲੰਘੇ ਕੱਲ ਕੀਤੀ ਸੀਗੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ। ਉਹ ਕਹਿੰਦੇ ਆਪਾਂ TTT ਦੇ ਉੱਤੇ ਅਮਲ ਕਰਨਾ। ਟੀ ਦੇ ਨਾਂ ਤੇ ਵੈਸੇ ਚੇਤਾ ਕਈ ਕੁਛ ਆ ਜਾਂਦਾ ਵੀ ਚਾਹ ਦੇ ਨਾਂ ਤੇ। ਉਹ ਕਹਿੰਦੇ TTT ਦੇ ਉੱਤੇ ਅਮਲ ਕਰਨਾ। ਇੱਕ ਟਰੈਕਿੰਗ, ਦੂਜੀ ਹੈ ਟ੍ਰੀਟਮੈਂਟ, ਤੇ ਤੀਜੀ ਹੈਗੀ ਟੈਸਟਿੰਗ, ਯਾਨੀ ਕਿ ਟਰੈਕਿੰਗ, ਟੈਸਟਿੰਗ ਤੇ ਟ੍ਰੀਟਮੈਂਟ ਦੇ ਵੱਲ ਖਿਆਲ ਕਰਨਾ। ਬਹੁਤ ਚੰਗੀ ਗੱਲ ਆ ਭਾਈ, ਸਾਰਿਆਂ ਨੂੰ ਤੰਦਰੁਸਤ ਰਹਿਣਾ ਚਾਹੀਦਾ। ਪਰ TTT ਕਿਉਂ? 4T ਕਹਿ ਲਓ। ਉਹ ਕਿਉਂ? ਕਿਉਂਕਿ ਚਾਹ ਦੇ ਨਾਲ ਹੀ ਸਾਰਾ ਦੇਸ਼ ਚੱਲੀ ਜਾਂਦਾ। ਹਾਂ, ਇਹ ਤਾਂ ਗੱਲ ਸਹੀ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਪੇਸ਼ ਕਰੀਏ। ਆਉਣ ਦਿਓ। ਟੈਣਾ ਸਾਹਿਬ ਕਹਿੰਦੇ ਚੰਗੇ ਨਾਲ ਚੰਗੇ ਬਣੋ, ਚੰਗੇ ਨਾਲ ਚੰਗੇ ਬਣੋ ਤੇ ਮਾੜੇ ਨਾਲ ਮਾੜੇ। ਮਾੜੇ ਨਾਲ ਮਾੜੇ ਨਹੀਂ। ਅੱਛਾ, ਹਾਂ ਗਲਤ ਹੋ ਗਿਆ। ਚੰਗੇ ਨਾਲ ਚੰਗੇ ਬਣੋ, ਪਰ ਮਾੜੇ ਨਾਲ ਮਾੜੇ ਨਾ ਬਣੋ। ਨਾ ਬਣੋ ਜੀ, ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ, ਪਰ ਚਿੱਕੜ ਨਾਲ ਕਦੇ ਚਿੱਕੜ ਸਾਫ਼ ਨਹੀਂ ਹੁੰਦਾ। ਵਾਹ ਕੀ ਬਾਤ ਆ ਜੀ, ਬਹੁਤ ਖੂਬਸੂਰਤ ਗੱਲ ਕਹੀ ਹੈ। ਚਿੱਕੜ ਦੇ ਨਾਲ ਕਦੇ ਚਿੱਕੜ ਨਹੀਂ ਸਾਫ਼ ਹੁੰਦਾ। ਸੋਹਣਿਆ ਦਾਗ ਲਹੂ ਦੇ ਲਹੂ ਨਾਲ ਧੋਤੇ ਜਾਂਦੇ ਆ। ਇਹ ਕਮਲ ਹੀਰ ਦੇ ਇੱਕ ਗੀਤ ਦੀਆਂ ਸਤਰਾਂ ਸੀਗੀਆਂ, ਮੈਨੂੰ ਚੇਤੇ ਆ ਗਈਆਂ। ਉਹ ਇਹ ਅਸਲ ਦੇ ਵਿੱਚ ਵੀ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਵੀ ਖਿੜਦਾ, ਤੇ ਕਮਲ ਦਾ ਫੁੱਲ ਇੱਕ ਪਾਰਟੀ ਨਾਲ ਵੀ ਜੁੜਿਆ, ਤੇ ਉਹਨਾਂ ਨੂੰ ਇਹ ਗੱਲ ਭੈੜੀ ਨਾ ਲੱਗ ਜੇ, ਪਰ ਫਿਰ ਵੀ ਚਿੱਕੜ ਦੀ ਗੱਲ ਤੁਸੀਂ ਕੀਤੀ ਆ, ਬਾਕਮਾਲ ਢੁਕਵੇਂ ਢੰਗ ਨਾਲ ਕੀਤੀ ਆ। ਦੇਖੋ ਮੈਂ ਤਾਂ ਸਮਝਾਉਣੀ ਦਿੱਤੀ ਹੈ ਕਿ ਆਪਾਂ ਅਕਸਰ ਜਦੋਂ ਕੋਈ ਮਾੜਾ ਕਰਦਾ ਸਾਡੇ ਨਾਲ, ਅਸੀਂ ਕਹਿੰਦੇ ਵੀ ਮੈਂ ਇਹਦੇ ਨਾਲ ਇਦੋਂ ਵੀ ਮਾੜਾ ਕਰੂੰਗਾ, ਹਨਾ, ਪਰ ਉਹਦਾ ਨਤੀਜਾ ਕੀ ਹੁੰਦਾ? ਤੁਸੀਂ ਜੇ ਉਹੋ ਜਿਹਾ ਹੀ ਵਰਤਾਓ ਕਰੋਗੇ ਤੇ ਤੁਹਾਡੇ 'ਚ ਤੇ ਉਹਦੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਬਿਲਕੁਲ ਸਹੀ ਗੱਲ ਆ। ਇਸ ਲਈ ਮਤਲਬ ਜਦੋਂ ਵੀ ਆਪਾਂ ਕਿਤੇ ਚਿੱਕੜ ਹੋਵੇ, ਕੋਈ ਦਾਗ ਲੱਗਿਆ ਹੋਵੇ, ਤਾਂ ਪਾਣੀ ਨਾਲ ਧੋਨੇ ਆ ਉਹਨੂੰ, ਪਾਣੀ ਨਾਲ ਸਾਫ਼ ਕਰਦੇ ਆ, ਕਿਉਂਕਿ ਪਾਣੀ ਸਵੱਛ ਹੈ, ਸਾਫ਼ ਸੁਥਰਾ ਹੈ, ਨਿਰਮਲ ਹੈ। ਜਲ ਹੈ ਤਾਂ ਕਲ ਹੈ। ਹਾਂ ਹੈ ਨਾ। ਤੇ ਇਸ ਲਈ ਮਤਲਬ ਕਦੇ ਵੀ ਬੁਰਾ ਕਰਨ ਵਾਲੇ ਬੰਦੇ ਦੇ ਨਾਲ ਬੁਰਾ ਨਾ ਕਰੋ, ਮਾੜੇ ਨਾ ਬਣੋ, ਚੰਗਾ ਕਰਨ ਵਾਲੇ ਨਾਲ ਹਮੇਸ਼ਾ ਆਪ ਚੰਗੇ ਰਹੋ। ਦੂਜਾ ਕੀ ਕਰਦਾ? ਖਸਮ ਨੂੰ ਖਾਵੇ। ਜੀ ਬਿਲਕੁਲ, ਆਪ ਵਧੀਆ ਰਹਿਣਾ ਚਾਹੀਦਾ, ਕਿਸੇ ਦੀ ਬਾਹਲੀ ਪਰਵਾਹ ਨਾ ਕਰੋ। ਹੁਣ ਕੱਲ 2-3 ਬੰਦਿਆਂ ਨੇ ਗੱਲ ਕਹੀ, ਕਹਿੰਦੇ ਹਰਮਨ ਜੀ ਫੇਰ ਹੱਸੀ ਜਾਂਦੇ ਆ। ਮੈਂ ਕਿਹਾ ਮਕਾਨ ਆਏ ਉਹ। ਟੈਣਾ ਸਾਹਿਬ ਛੱਡੋ, ਪਰਵਾਹ ਨਹੀਂ। ਮੈਂ ਤਾਂ ਹੈਰਾਨ ਹੀ ਹੋ ਜਾਂਦਾ। ਮੈਂ ਕਿਹਾ ਜੇਕਰ ਤੁਸੀਂ ਕੱਲੀਆਂ ਗੰਭੀਰ ਖਬਰਾਂ ਸੁਣਨੀਆਂ, ਖਬਰ ਦੀ ਖਬਰ ਸੁਣਿਆ ਕਰੋ। ਹਾਂ ਬਿਲਕੁਲ। ਜੇ ਤੁਸੀਂ ਹਾਸਾ ਠੱਠਾ ਸੁਣਨਾ, ਫਿਰ ਇਧਰਲੇ ਪਾਸੇ ਆ ਜਾ ਕਰੋ। ਪਰ ਜੇ ਤੁਸੀਂ ਐਂ ਕਹੋ ਵੀ ਇੱਥੋਂ ਹੱਸੋ ਨਾ, ਏਦਾਂ ਨਹੀਂ ਹੋਣਾਗਾ। ਹੱਸਾਂਗੇ, ਅਸੀਂ ਤਾਂ ਹੱਸਾਂਗੇ। ਹਾਂ, ਉਹ ਭਾਰਤ ਦੇ ਨੇਤਾਵਾਂ ਵਾਲੀ ਰੀਸ ਤਾਂ ਕੋਈ ਕਰ ਹੀ ਨਹੀਂ ਸਕਦਾਗਾ। ਮੈਂ ਤਾਂ ਹੈਰਾਨ ਰਹਿ ਗਿਆ ਇੱਕ ਗੱਲ ਪੜ੍ਹ ਕੇ। ਕਹਿੰਦੇ ਵੀ ਇੱਕ ਵਾਰੀ ਇੱਕ ਨੇਤਾ ਦਾ ਮੁੰਡਾ ਹੋ ਗਿਆ ਫੇਲ, ਤੇ ਉਹ ਲੋਕਾਂ ਦੇ ਵਿੱਚ ਲੱਡੂ ਵੰਡਦਾ ਫਿਰੇ। ਲੋਕਾਂ ਨੇ ਕਿਹਾ ਮੁੰਡਾ ਤੇਰਾ ਫੇਲ ਹੋ ਗਿਆ, ਵੰਡਦਾ ਲੱਡੂਆਂ, ਦਿਮਾਗ ਠੀਕ ਆ? ਕਹਿੰਦਾ ਦੇਖੋ ਜੀ, ਕਲਾਸ ਦੇ ਵਿੱਚ ਜਮਾਤ ਚ ਕੁੱਲ 80 ਜਾਣੇ ਸੀ, 60 ਜਾਣੇ ਫੇਲ ਹੋਏ, ਬਹੁਮਤ ਮੇਰੇ ਮੁੰਡੇ ਦੇ ਹੱਕ ਚ ਕਿ ਨਹੀਂ? ਬਿਲਕੁਲ ਸਹੀ। ਅਗਲੇ ਨੇ ਪਹਿਲਾਂ ਹੀ ਸੋਚਿਆ ਹੋਣਾ ਵੀ ਵੱਡਾ ਹੋ ਕੇ ਮੁੰਡੇ ਨੂੰ ਬਣਾਉਣਾ ਕੀ ਹੈ। ਬਸ ਐਂ ਆ। ਜੱਜ ਦਾ ਵਿਚਾਰ।
ਟਾਣਾ ਸਾਹਿਬ ਇਸ ਵੇਲੇ ਜੋ ਹਾਲਾਤ ਨੇ, ਦੇਖੋ ਇੱਕ ਵਾਰ ਫਿਰ ਤੋਂ ਸਿਹਤ ਵਿਭਾਗ ਜਾਗ ਗਿਆ, ਇੱਕ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਵੀ ਜਾਗ ਗਿਆ, ਇੱਕ ਵਾਰ ਫਿਰ ਤੋਂ ਕਰੋਨਾ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਹੈ ਔਰ ਹੁਣ ਪੁਲਿਸ ਵਾਲਿਆਂ ਵੱਲੋਂ ਧੜਾ-ਧੜ ਚਲਾਨ ਵੀ ਕੱਟੇ ਜਾ ਰਹੇ ਨੇ ਮਾਸਕ ਨਾ ਪਾਉਣ ਮੈਂ ਤਾਂ ਹੈਰਾਨ ਹਾਂ ਹਰਮਨ ਜੀ, ਇਸ ਗੱਲ ਦੇ ਉੱਤੇ ਸਾਰੇ ਦਰਸ਼ਕਾਂ ਨੂੰ ਇਹ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਕਿਉਂਕਿ ਕਾਰ ਦੇ ਵਿੱਚ 2 ਜਾਣੇ ਜਾਂਦੇ ਆ। ਮੇਰਾ ਇੱਕ ਦੋਸਤ ਆ, ਉਹ ਆਪਦੀ ਘਰਵਾਲੀ ਦੇ ਨਾਲ ਕਾਰ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ। ਦੋਵਾਂ ਦਾ ਇੱਕੋ ਬਬਲਾ, ਦੋਵਾਂ ਦਾ ਇੱਕੋ ਦਾਇਰਾ। ਕਾਰ ਦੇ ਵਿੱਚ ਜਾ ਰਹੇ ਆ, ਦੋਵਾਂ ਦੇ ਵਿੱਚ ਕਾਰ ਦੂਰੀ ਵੀ ਆ। ਜਦੋਂ ਰਹਿੰਦੇ ਇੱਕੋ ਟੱਬਰ ਦੇ ਵਿੱਚ ਆ, ਮੀਆਂ ਬੀਵੀ ਆ, ਤੇ ਫਿਰ ਕਾਰ ਦੇ ਵਿੱਚ ਦੂਰੀ ਰਵੇ ਨਾ ਰਵੇ ਗੱਲ ਬਾਤ ਦੀ ਆ। ਪਰ ਪੁਲਿਸ ਨੇ ਉਹਨਾਂ ਦਾ ਚਲਾਨ ਕੱਟਤਾ। ਕਿਉਂ? 1000 ਰੁਪਏ ਦਾ ਚਲਾਨ ਕੱਟਿਆ, ਕਹਿੰਦੇ ਤੁਸੀਂ ਮਾਸਕ ਨਹੀਂ ਪਾਇਆ। ਉਹ ਅੱਗੋਂ ਪੈ ਗਿਆ, ਉਹ ਕਹਿੰਦਾ ਇਹ ਦੱਸੋ ਵੀ ਮੇਰਾ ਤਾਂ ਚਲਾਨ ਕੱਟਤਾ, ਇਹ ਮੇਰੀ ਆਪਣੀ ਪ੍ਰਾਪਰਟੀ ਆ ਕਾਰ, ਮੈਂ ਆਪਣੀ ਪ੍ਰਾਪਰਟੀ ਦੇ ਵਿੱਚ ਆਪਣੀ ਜਾਇਦਾਦ ਦੇ ਵਿੱਚ ਜਾ ਰਿਹਾ, ਇੱਕੋ ਸਾਡਾ ਦਾਇਰਾ, ਇਹ ਕੋਈ ਬਾਹਰੋਂ ਨਹੀਂ ਬੈਠੀ ਆ ਕੇ, ਸੋ ਤੁਸੀਂ ਮੇਰਾ ਚਲਾਨ ਕਿਵੇਂ ਕੱਟ ਦੋਗੇ? ਕਹਿੰਦੇ ਸਾਨੂੰ ਉੱਤੋਂ ਆਖਿਆ। ਬਸ ਉੱਤੋਂ ਆਖਿਆ ਦੇ ਚੱਕਰ 'ਚ ਹੀ ਮਾਂਜੀ ਜਾਂਦੇ ਆ। ਕਦੇ ਬੱਸ ਦੇ ਵਿੱਚ ਜਾ ਕੇ ਵੀ ਚਲਾਨ ਕੱਟ ਲਓ, ਉੱਥੇ 52 ਜਣੇ ਬੈਠੇ ਹੁੰਦੇ ਆ। ਉਹ ਕਿਹੜਾ ਭੂਆ ਫੁੱਫੜ ਸਾਰੇ ਹੁੰਦੇ ਆ, ਉਹ ਰਿਸ਼ਤੇਦਾਰ ਥੋੜੀ ਹੁੰਦੇ ਆ, ਉਹ ਲੋਕ ਵੱਖੋ ਵੱਖਰੀਆਂ ਥਾਵਾਂ ਦੇ ਆ। ਟਾਣਾ ਸਾਹਿਬ ਕੋਈ ਤਰਕ ਨਹੀਂ ਸਮਝ ਆਉਂਦਾ। ਕੱਲ ਮੈਂ ਇੱਕ ਥਾਂ ਤੇ ਪੁਲਿਸ ਵਾਲਿਆਂ ਨੂੰ ਚਲਾਨ ਕੱਟਦਿਆਂ ਹੋਇਆ ਵੇਖਿਆ, ਉਹ ਮਾਸਕ ਦਾ ਕਰਕੇ ਚਲਾਨ ਕੱਟ ਰਹੇ ਸੀ। ਠੀਕ ਹੈ, ਤੁਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਮਾਸਕ ਪਾ ਕੇ ਘਰੋਂ ਨਿਕਲੋ, ਹਨਾ, ਪਰ ਇਹਦੇ ਨਾਲ ਜੇ ਕਰੋਨਾ ਦੀ ਆਪਾਂ ਗੱਲ ਕਰਦੇ ਤਾਂ ਆਪਾਂ ਸਰੀਰਕ ਦੂਰੀ ਦਾ ਵੀ ਤਾਂ ਖਿਆਲ ਰੱਖਣਾ ਨਾ। ਆਪਾਂ ਗਲਵਜ਼ ਦਾ ਵੀ, ਹੱਥਾਂ ਤੇ ਦਸਤਾਨੇ ਵੀ ਪਾਉਣੇ ਨੇ, ਆਪਾਂ ਉਸ ਤੋਂ ਬਾਅਦ ਸੈਨੀਟਾਈਜ਼ਰ ਦੀ ਵਰਤੋਂ ਵੀ ਕਰਨੀ, ਹੋਰ ਵੀ ਬਹੁਤ ਸਾਰੇ ਜਿਹੜੇ ਨਿਯਮ ਆ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਪੁਲਿਸ ਵਾਲੇ 10-10 ਇਕੱਠੇ ਇੱਕ ਥਾਂ ਤੇ ਖੜੇ ਨੇ, ਕੋਈ ਸਰੀਰਕ ਦੂਰੀ ਨਹੀਂ ਹੈਗੀ, ਤੇ ਦੂਜੇ ਦਾ ਉਹ ਚਲਾਨ ਕੱਟ ਰਹੇ ਵੀ ਮਾਸਕ ਨਹੀਂ ਪਾਇਆ। ਕਰੋਨਾ ਕੱਲੇ ਮਾਸਕ ਨਾਲ ਨਹੀਂ ਰੁਕਣਾ, ਕਰੋਨਾ ਦੇ ਲਈ ਹੋਰ ਵੀ ਬਹੁਤ ਸਾਰੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ। ਨਾਲੇ ਅਗਲੀ ਗੱਲ ਇਹ ਆ ਵੀ ਪੁਲਿਸ ਮੁਲਾਜ਼ਮਾਂ ਨੇ ਤਾਂ ਕੀਤੇ ਹੋਏ ਹੁਕਮਾਂ ਨੂੰ ਵਜਾਉਣਾ, ਉਹਨਾਂ ਨੂੰ ਜਿਵੇਂ ਨਿਰਦੇਸ਼ ਜਾਰੀ ਕੀਤੇ ਗਏ ਆ ਵੀ ਵੱਧ ਤੋਂ ਵੱਧ ਪੈਸੇ ਇਕੱਠੇ ਕਰੋ ਕਰੋਨਾ ਦੇ ਨਾਂ ਦੇ ਉੱਤੇ, ਉਹਨਾਂ ਨੇ ਉਵੇਂ ਕਰਨਾ, ਉਹਨਾਂ ਨੇ ਖਜ਼ਾਨੇ ਵੱਲ ਖਿਆਲ ਕਰਨਾ ਜਿਵੇਂ ਹੁਕਮ ਜਾਰੀ ਹੋਇਆ। ਪਰ ਗੱਲ ਇਹ ਆ ਵੀ ਬੰਦਾ ਕਰੇ ਤਾਂ ਕੀ ਕਰੇ, ਬੰਦਾ ਜਾਵੇ ਤਾਂ ਜਾਵੇ ਕਿੱਥੇ? ਪ੍ਰਧਾਨ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਡੌਲੇ ਦੇ ਵਿੱਚ ਟੀਕਾ ਲਵਾਇਆ, ਕਰੋਨਾ ਵੈਕਸੀਨ। 2 ਨਰਸਾਂ ਕੋਲੇ ਖੜੀਆਂ ਸੀ, ਦੋਵਾਂ ਨੇ ਮਾਸਕ ਪਾਇਆ, ਪ੍ਰਧਾਨ ਮੰਤਰੀ ਨੇ ਨਹੀਂ ਪਾਇਆ, ਰਾਸ਼ਟਰਪਤੀ ਸਾਹਿਬ ਨੇ ਵੀ ਨਹੀਂ ਪਾਇਆ ਸੀ, ਕੋਵਿੰਦ ਸਾਹਿਬ ਨੇ ਵੀ ਨਹੀਂ ਪਾਇਆ। ਸੋ ਸਾਰਿਆਂ ਨੂੰ ਹੀ ਪਾਉਣਾ ਚਾਹੀਦਾ, ਆਪਾਂ ਕੱਲੀ ਰਾਏ ਨਾ ਦੇਗੇ। ਹੁਣ ਤੁਸੀਂ ਅੱਜ ਪੰਜਾਬ ਦੇ ਵਿੱਚ 35 ਮੌਤਾਂ ਇੱਕ ਦਿਨ ਦੇ ਵਿੱਚ ਪੰਜਾਬ 'ਚ ਹੋ ਗਈਆਂ, ਸਿਹਤ ਵਿਭਾਗ ਨੇ ਕਿਹਾ 2000 ਤੋਂ ਵੱਧ ਕੇਸ ਇੱਕ ਦਿਨ ਦੇ ਵਿੱਚ ਆਏ, ਸਿਹਤ ਵਿਭਾਗ ਨੇ ਕਿਹਾ। ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਹੈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ, ਸੋ ਉਹਨਾਂ ਨੇ ਕਿਹਾ ਜੀ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣਾ, ਆਪਾਂ ਦੇਸ਼ ਦੇ ਵਿੱਚੋਂ ਕਰੋਨਾ ਖਤਮ ਕਰਨਾ। ਪਰ ਫਿਰ ਉੱਥੇ ਸਵਾਲ ਆ ਗਿਆ ਵੀ ਹਾਲੇ ਤੱਕ ਅਸੀਂ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਹਸਪਤਾਲ ਨਹੀਂ ਪੈਦਾ ਕਰ ਸਕੇ ਜਿੱਥੇ ਨੇਤਾ ਆਪਣਾ ਇਲਾਜ ਕਰੋਨਾ ਪੋਜ਼ਿਟਿਵ ਹੋਣ ਤੋਂ ਬਾਅਦ ਕਰਵਾ ਸਕਣ। ਮਾਤੜ ਬੰਦੇ ਨੂੰ ਕਹਿੰਦੇ ਆ, ਆਮ ਬੰਦੇ ਨੂੰ ਕਹਿੰਦੇ ਵੀ ਸਿਵਲ ਹਸਪਤਾਲ ਦੇ ਵਿੱਚ ਸਹੂਲਤਾਂ ਬਹੁਤ ਆ, ਤੇ ਜੇਕਰ ਸਿਵਲ ਹਸਪਤਾਲ 'ਚ ਸਹੂਲਤਾਂ ਬਹੁਤ ਆ ਤਾਂ ਜਦੋਂ ਵੀ ਕਿਸੇ MLA ਨੂੰ, ਜਦੋਂ ਵੀ ਕਿਸੇ ਮੰਤਰੀ ਨੂੰ, ਜਦੋਂ ਵੀ ਕਿਸੇ ਵੱਡੇ ਅਧਿਕਾਰੀ ਨੂੰ ਕਰੋਨਾ ਹੁੰਦਾ, ਕਦੇ ਉਹ ਮੈਦਾਨਤਾ ਦੇ ਵਿੱਚ ਭੇਜ ਦਿੰਦੇ ਆ, ਕਦੇ ਉਹ ਕਹਿੰਦੇ ਨੇ ਤੂੰ ਫੋਰਟਿਸ 'ਚ ਜਾ, ਕਦੇ ਏਮਜ਼ ਦੇ ਵਿੱਚ ਚਲੇ ਜਾਂਦੇ ਆ, ਕਦੇ ਬਾਹਰਲੇ ਮੁਲਕ ਚਲੇ ਜਾਂਦੇ ਆ। ਫਿਰ ਇੱਥੇ ਕਿਉਂ ਨਹੀਂ ਉਹ ਆਪਣਾ ਇਲਾਜ ਕਰਵਾਉਂਦੇ? ਤੁਸੀਂ ਆਪਦਾ ਇਲਾਜ ਉੱਥੋਂ ਕਰਵਾਓ, ਨਾਲੇ ਲੋਕਾਂ ਨੂੰ ਭਰੋਸਾ ਹੋਵੇ ਵੀ ਭਾਈ ਇਹਨਾਂ ਨੇ ਹਸਪਤਾਲ ਇਹਨੇ ਚੰਗੇ ਬਣਾਏ ਆ, ਆਪਦਾ ਵੀ ਇਲਾਜ ਉੱਥੇ ਕਰਵਾਉਂਦੇ ਜਿੱਥੇ ਸਾਡਾ ਹੋਣਾ। ਬਿਲਕੁਲ ਸਹੀ, ਪਰ ਗੱਲ ਇਹ ਹੈ ਨਾ ਟਾਣਾ ਸਾਹਿਬ, ਕਿਤੇ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਜਾ ਕੇ ਤਾਂ ਵੇਖੋ, ਇਉਂ ਲੱਗਦਾ ਹੈ ਕਿ ਪਹਿਲਾਂ ਤਾਂ ਸਿਵਲ ਹਸਪਤਾਲ ਨੂੰ ਹੀ ਇਲਾਜ ਦੀ ਲੋੜ ਹੈ, ਉਸ ਤੋਂ ਬਾਅਦ ਵਿੱਚ ਲੋਕ ਇੱਥੇ ਇਲਾਜ ਕਰਵਾਉਣ ਆਉਣਗੇ। ਉਸ ਤੋਂ ਬਾਅਦ ਇਹ ਗੱਲ ਬਹੁਤ ਕੌੜੀ ਹੈ ਪਰ ਹੈ ਸੱਚੀ ਕਿ ਬਹੁਤ ਘੱਟ ਮੁਲਾਜ਼ਮ ਸਿਵਲ ਹਸਪਤਾਲਾਂ ਦੇ ਵਿੱਚ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਤੁਹਾਡੇ ਨਾਲ ਚੰਗਾ ਵਤੀਰਾ ਕਰਦੇ ਨੇ। ਉਹ ਤੁਹਾਡੇ ਨਾਲ ਵਤੀਰਾ ਇਹੋ ਜਿਹਾ ਕਰਦੇ ਨੇ, ਇੰਨਾ ਕੌੜਾ, ਇੰਨਾ ਖਰਵਾ ਉਹਨਾਂ ਦਾ ਬੋਲ ਹੈ ਕਿ ਬੰਦੇ ਦਾ ਵੈਸੇ ਹੀ ਨਹੀਂ ਜੀ ਕਰਦਾ ਵੀ ਇੱਕ ਤਾਂ ਮੈਂ ਇੱਥੇ ਆਵਾਂ, ਪੈਸੇ ਵੀ ਕੋਲੋਂ ਲਾਵਾਂ, ਚਲੋ ਥੋੜੇ ਬਹੁਤ ਭਾਵੇਂ ਲੱਗਦੇ ਨੇ, ਜ਼ਿਆਦਾ ਨਹੀਂ ਲੱਗਦੇ, ਪਰ ਜੇ ਥੋੜੇ ਵੀ ਲਾਵਾਂ ਤੇ ਅਗਲਾ ਬੰਦਾ ਮੇਰੇ ਨਾਲ ਇਉਂ ਵਤੀਰਾ ਕਰੇ, ਕੋਈ ਬੇਇੱਜ਼ਤੀ ਕਰਾਉਣ ਥੋੜੀ ਜਾਣਾ। ਇਹਦੇ ਨਾਲੋਂ 4 ਛਿੱਲੜ ਵੱਧ ਲਾ ਲਾਂਗੇ, ਬਾਹਰ ਇਲਾਜ ਕਰਾਵਾਂਗੇ, ਘੱਟੋ ਘੱਟ ਅਗਲੇ ਚੰਗੀ ਤਰੀਕੇ ਨਾਲ ਤੁਹਾਡੇ ਨਾਲ ਵਤੀਰਾ ਤਾਂ ਕਰਦੇ ਨੇ। ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਆ, ਬਹੁਤ ਸਾਰੇ ਮੁਲਾਜ਼ਮ ਇਹੋ ਜਿਹੇ ਵੀ ਜਿਹੜੇ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਦੇ ਆ, ਜਿਹੜੇ ਕਿ ਲੋਕਾਂ ਦੀ ਮਦਦ ਕਰਦੇ ਆ। ਪਰ ਜਿਹੋ ਜੀ ਧਾਰਨਾ ਬਣ ਗਈ ਤੇ ਜਿਹੋ ਜਿਹਾ ਲੋਕਾਂ ਦੇ ਮਨ ਦੇ ਵਿੱਚ ਡਰ ਪਸਰ ਚੁੱਕਿਆ, ਉਵੇਂ ਮਸਲੇ ਦਾ ਹੱਲ ਕਿਵੇਂ ਹੋਊਗਾ? ਹੁਣ ਅਗਲੀ ਗੱਲ ਕਰ ਲਓ ਵੀ ਜਦੋਂ ਹੁਣ ਭਾਰਤ ਦੇ ਵਿੱਚ ਕਰੋਨਾ ਲਗਾਤਾਰ ਵੱਧ ਰਿਹਾ ਤਾਂ ਬੀਜੇਪੀ ਹੈ ਜਿਹੜੀ ਉਹ 5 ਸੂਬਿਆਂ 'ਚ ਰੈਲੀਆਂ ਕਿਹੜੀ ਗੱਲੋਂ ਕਰ ਰਹੀ ਹੈ, ਬਾਕੀ ਪਾਰਟੀਆਂ ਕਿਉਂ ਕਰ ਰਹੀਆਂ? ਪੰਜਾਬ ਦੇ ਵਿੱਚ ਰੈਲੀਆਂ ਕਿਹੜੀ ਗੱਲੋਂ ਹੋ ਰਹੀਆਂ? ਕਦੇ ਕਿਸੇ ਪਾਰਟੀ ਦੀ ਰੈਲੀ, ਕਦੇ ਕਿਸੇ ਪਾਰਟੀ ਦੀ ਰੈਲੀ, ਕਦੇ ਕਿਸੇ ਪਾਰਟੀ ਦੀ ਰੈਲੀ। ਵੀ ਆਪਾਂ ਮਜ਼ਾਕ ਸਮਝਿਆ? ਲੋਕਾਂ ਨੂੰ ਕਹਿੰਦੇ ਆ ਵੀ ਭਾਈ ਤੁਸੀਂ ਸਰੀਰਕ ਦੂਰੀ ਦਾ ਪਾਲਣ ਕਰਨਾ, ਆਪ ਰੈਲੀਆਂ ਦੇ ਵਿੱਚ ਹਜ਼ਾਰਾਂ ਬੰਦਾ ਇਕੱਠਾ ਕਰ ਲੈਂਦੇ ਆ। ਲੋਕ ਤੁਹਾਡੇ ਉੱਤੇ ਭਰੋਸਾ ਕਿਵੇਂ ਕਰਨ? ਕਰੋਨਾ ਹੈਗਾ, ਇਹਦੇ ਉੱਤੇ ਭਰੋਸਾ ਕਿਵੇਂ ਕਰਨ? ਤੁਸੀਂ ਇਹ ਵੇਖੋ ਟਾਣਾ ਸਾਹਿਬ, ਆਪਾਂ ਨਿਊਜ਼ੀਲੈਂਡ ਦੇ ਵਿੱਚ ਵੇਖਿਆ ਸੀ ਇਸ ਚੀਜ਼ ਨੂੰ ਕਿ ਉੱਥੇ ਜੋ ਨਿਯਮ ਆਮ ਲੋਕਾਂ ਦੇ ਲਈ ਹੈ ਉਹੀ ਨਿਯਮ ਉਹਨਾਂ ਨੇ ਆਪਣੇ ਸਿਹਤ ਮੰਤਰੀ ਦੇ ਉੱਪਰ ਵੀ
ਵਰਤੇ, ਉਹੀ ਨਿਯਮ ਉਹਨਾਂ ਨੇ ਆਪਣੇ ਉੱਪਰ ਵੀ ਵਰਤੇ, ਜਿਹਦੇ ਕਰਕੇ ਲੋਕਾਂ ਦਾ ਵਿਸ਼ਵਾਸ ਵੱਜਿਆ ਕਿ ਨਹੀਂ, ਜੇ ਸਰਕਾਰਾਂ ਹੀ ਉਹ ਕਰ ਰਹੀਆਂ ਨੇ ਤਾਂ ਸਾਨੂੰ ਵੀ ਕਰਨਾ ਚਾਹੀਦਾ, ਜੇ ਸਾਰਾ ਕੁਝ ਹੋ ਰਿਹਾ ਤਾਂ ਸਾਨੂੰ ਵੀ ਉਵੇਂ ਹੀ ਹੋਣਾ ਚਾਹੀਦਾ ਹੈ ਨਾ। ਪਰ ਸਾਡੇ ਇੱਥੇ ਕਿਆ ਕੁਛ ਜਾਂਦਾ, ਹੁੰਦਾ ਕੁਛ ਹੈ, ਦਿਖਾਇਆ ਕੁਛ ਜਾਂਦਾ ਤੇ ਕੀਤਾ ਕੁਛ ਹੋਰ ਹੀ ਜਾਂਦਾ। ਸੋ ਮੇਰੀ ਬੇਨਤੀ ਆ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਵੀ ਆਪਦੇ ਤੋਂ ਨਿਯਮ ਸ਼ੁਰੂ ਕਰੋ ਤੇ ਆਮ ਲੋਕਾਂ ਨੂੰ ਪਾਲਣ ਕਰਨ ਵਾਸਤੇ ਕਹੋ। ਤੇ ਮੇਰੀ ਆਮ ਲੋਕਾਂ ਨੂੰ ਵੀ ਬੇਨਤੀ ਹੈ ਵੀ ਭਾਈ ਜਿਹੜੇ ਸਿਹਤ ਮਹਿਕਮੇ ਦੇ ਵੱਲੋਂ ਨਿਯਮ ਜਾਰੀ ਕੀਤੇ ਗਏ ਆ, ਹਦਾਇਤਾਂ ਜਾਰੀ ਕੀਤੀਆਂ ਗਈਆਂ, ਪਾਲਣ ਕਰੀਏ ਉਹਨਾਂ ਦਾ, ਕਿਉਂਕਿ ਜੇਕਰ ਅੱਜ ਆਪਾਂ ਢਿੱਲੇ ਮੱਠੇ ਪੈ ਗਏ, ਨਾਲੇ ਤਾਂ ਟੱਬਰ ਤੋਂ ਦੂਰ ਰਹਿਣਾ ਪਊ, ਨਾਲੇ ਪੈਸੇ ਖਰਚ ਹੋਣਗੇ, ਨਾਲੇ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੇ ਕੀ ਟੁੱਚ ਰੜਾ ਰਹਿਣੀ ਆ ਤੇ ਬਾਅਦ ਦੇ ਵਿੱਚ ਤੰਗ ਹੋਵਾਂਗੇ। ਇਸ ਕਰਕੇ ਹੱਥਾਂ ਨੂੰ ਸੈਨੀਟਾਈਜ਼ ਵੀ ਕਰਦੇ ਰਹਿਗੇ ਤੇ ਹੁਣ ਤਾਂ ਜਦ ਤੱਕ ਦਵਾਈ ਨਹੀਂ ਤਬ ਤੱਕ ਢਲਾਈ ਨਹੀਂ, ਇਸ ਗੱਲ ਦੇ ਉੱਤੇ ਅਮਲੀ ਕਰ ਲਈਏ। ਜੀ ਬਿਲਕੁਲ। ਜੱਜ ਦਾ ਵਿਚਾਰ। ਟਾਣਾ ਸਾਹਿਬ, ਇੱਕ ਚੀਜ਼ ਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ। ਮੇਰੇ ਮਨ ਦੇ ਵਿੱਚ ਇਹ ਸਵਾਲ ਸੀ, ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੀ, ਚਾਹੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਦੀ ਕਰ ਲਈਏ, ਬੀਜੇਪੀ ਦੀ ਕਰ ਲਈਏ, ਕਾਂਗਰਸ ਦੀ ਕਰ ਲਈਏ ਜਾਂ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ। ਇਉਂ ਲੱਗਦਾ ਸੀ ਕਿ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਇਉਂ ਸੀ ਕਿ ਸ਼ਾਇਦ ਲੋਕ ਜਿਹੜੇ ਨੇ ਨਾ ਹੁਣ ਸਿਆਣੇ ਹੋ ਗਏ ਨੇ, ਲੋਕ ਹੁਣ ਲੀਡਰਾਂ ਨੂੰ ਸਵਾਲ ਕਰਨ ਲੱਗ ਗਏ ਨੇ, ਲੋਕਾਂ ਨੂੰ ਹੁਣ ਸਮਝ ਆਉਣ ਲੱਗ ਗਈ ਹੈ ਕਿ ਅਸਲ 'ਚ ਸਾਡਾ ਆਪਣਾ ਕੌਣ ਹੈ ਤੇ ਕੌਣ ਨਹੀਂ ਹੈ। ਪਰ ਹੁਣ ਜਿਵੇਂ ਜਿਵੇਂ ਇਹ ਰੈਲੀਆਂ, ਜਿਵੇਂ ਜਿਵੇਂ ਇਹਨਾਂ ਲੀਡਰਾਂ ਦੇ ਮਗਰ ਇਕੱਠ ਵੇਖਦੇ ਆ ਨਾ, ਇਹ ਸਾਰੀਆਂ ਧਾਰਨਾਵਾਂ ਗਲਤ ਸਾਬਤ ਹੁੰਦੀਆਂ ਹੋਈਆਂ। ਮੈਂ ਖੁਦ ਹੈਰਾਨ ਆ ਵੀ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਇੰਨੀ ਛੇਤੀ ਵੀ ਪਲਟੀ ਮਾਰ ਜਾਂਦਾ। ਜਿਹੜੇ ਤਾਂ ਲੋਕ ਸਿਆਣੇ ਆ ਉਹ ਤਾਂ ਅੱਜ ਵੀ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਆ, ਭਾਵੇਂ ਉਹ ਜਜ਼ਬਾਤੀ ਤੌਰ ਦੇ ਉੱਤੇ ਆ, ਭਾਵੇਂ ਉਹ ਸਰੀਰਕ ਤੌਰ ਦੇ ਉੱਤੇ ਆ, ਭਾਵੇਂ ਉਹ ਆਰਥਿਕ ਤੌਰ ਦੇ ਉੱਤੇ ਆ, ਭਾਵੇਂ ਕਿਵੇਂ ਵੀ ਜੁੜੇ ਆ। ਉਹ ਚਾਹੁੰਦੇ ਆ ਜੀ ਕਿ ਕਿਸਾਨ ਜਿੱਤ ਕੇ ਘਰਾਂ ਨੂੰ ਮੁੜਨ। ਪਰ ਜਿਹੜੇ ਘਰਾਂ ਦੇ ਵਿੱਚ ਬੈਠੇ ਕਹਿੰਦੇ ਨਾ ਵੀ ਮੈਂ ਜਾਣਾ ਤਾਂ ਚਾਹੁੰਦਾ ਪਰ ਮੇਰਾ ਗੋਡਾ ਬਹੁਤ ਪੀੜ ਕਰਦਾ, ਮੇਰੇ ਮੋਢੇ ਦੇ ਵਿੱਚ ਬਹੁਤ ਸਮੱਸਿਆ, ਮੁਹੰਮਦ ਸਦੀਕ ਵਾਂਗੂ ਮੇਰਾ ਤਾਂ ਜੀ ਸਿਰ ਹੀ ਨਹੀਂ ਦੁਖਣੋਂ ਹਟਦਾ, ਆ ਨਿੱਕੇ ਨਿਆਣੇ ਨਹੀਂ ਹਟਦੇਗੇ, ਆ ਵੀ ਫਸਲਵਾੜੀ ਵੀ ਮੈਂ ਦੇਖਣੀ ਹੁੰਦੀ ਆ, ਘਰ ਦੇ ਵਿੱਚ ਮੱਝਾਂ ਨੂੰ ਪੱਠੇ ਕਿਹਨੇ ਪਾਉਣੇ ਆ, ਉਹਨਾਂ ਦੀਆਂ ਧਾਰਾਂ ਕਿਹਨੇ ਚੋਣੀਆਂ। ਉਹ ਲੋਕ ਜਦੋਂ ਹੁਣ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ 'ਚ ਪੰਜਾਬ 'ਚ ਜਾਂਦੇ ਆ ਨਾ, ਇਉਂ ਲੱਗਦਾ ਵੀ ਗੈਰਤ ਨਾਂ ਦੀ ਚੀਜ਼ ਹੀ ਹੈ ਨਹੀਂ ਇਹਨਾਂ ਦੇ ਵਿੱਚ। ਫਿਰ ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਇਹ ਹੈਗੀ ਇਸ ਲਾਇਕ ਆ। ਕਚੋਰੀਆਂ ਪਿੱਛੇ ਲੜਨ ਵਾਲੇ ਲੋਕ ਆ ਜਿਹੜੇ ਇੱਕ ਦੂਜੇ ਦੀਆਂ ਪੱਗਾਂ ਲਾਹ ਦਿੰਦੇ ਆ, ਚਪੇੜੋ ਚਪੇੜੀ ਹੋ ਜਾਂਦੇ ਆ ਤੇ ਫਿਰ ਕਹਿੰਦੇ ਆ ਵੀ ਪੰਜਾਬ ਦਾ ਬਣਿਆ ਕੁਝ ਨਹੀਂ। ਤੁਸੀਂ ਹੋ ਹੀ ਇਸ ਲਾਇਕ, ਇਸੇ ਕਰਕੇ ਸਾਰਾ ਕੁਝ ਪੰਜਾਬ ਦਾ ਮੁਹਾਂਦਰਾ ਵਿਗੜ ਰਿਹਾ। ਤੁਸੀਂ ਉੱਥੇ ਜੇਕਰ ਦਿੱਲੀ ਜਾਣਾ ਹੋਵੇ ਬਿਮਾਰੀ ਪੈ ਜਾਂਦੀ ਆ, ਇੱਥੇ ਡਾਰਾਂ ਬੰਨ ਕੇ ਨਾਲ ਤੁਰੇ ਫਿਰਦੇ ਆ। 2 ਘੁੱਟ ਦਾਰੂ ਦੇ ਦਿਓ, ਦਿਨ 'ਚ 2 ਵੇਲੇ ਰੋਟੀ ਦੇ ਦਿਓ, ਘਰੋਂ ਲੈ ਜਾਓ, ਘਰੇ ਛੱਡ ਦਿਓ, ਮਗਰ ਜਿੱਥੇ ਮਰਜ਼ੀ ਨਾਰੇ ਲਵਾਈ ਜਾਓ। ਬਿਲਕੁਲ ਸਹੀ ਗੱਲ ਹੈ। ਪਰ ਸਰ ਗੱਲ ਇਹ ਹੈ ਨਾ, ਹੈਰਾਨੀ ਇਸ ਚੀਜ਼ ਦੀ ਹੈ ਕਿ ਜੇਕਰ ਅਸੀਂ ਇਸੇ ਤਰੀਕੇ ਨਾਲ ਹੀ ਸਾਰਾ ਕੁਝ ਕਰਨਾ ਸੀ ਤੇ ਫਿਰ ਅਸੀਂ ਪਹਿਲਾਂ ਸਿਆਣਪਾਂ ਕਿਹੜੀ ਗੱਲੋਂ ਘੋਟਦੇ ਰਹੇ ਹਾਂ। ਗੱਲ ਇਹ ਹੈ ਕਿ ਅਸੀਂ ਇਹ ਸੋਚੀਏ ਕਿ ਕਿਹੜਾ ਬੰਦਾ ਸਾਡੇ ਨਾਲ ਵਾਕਈ ਖੜਿਆ, ਕਿਹੜੇ ਬੰਦੇ ਨੇ ਵਾਕਈ ਸਾਡੇ ਭਵਿੱਖ ਦੀ ਚਿੰਤਾ ਕੀਤੀ, ਕਿਹੜੇ ਬੰਦੇ ਨੇ ਵਾਕਈ ਸਾਡੇ ਮੁੱਦੇ ਜਿਹੜੇ ਨੇ ਉਹ ਅੱਗੇ ਚੁੱਕੇ ਨੇ, ਜਿਨ੍ਹਾਂ ਨੇ ਮੁੱਦਿਆਂ ਦਾ ਹੱਲ ਕੀਤਾ, ਅਸੀਂ ਉਹਨਾਂ ਦੀ ਗੱਲ ਕਰੀਏ ਨਾ। ਜਿਹੜੇ 2 ਬਿਆਨ ਦੇ ਕੇ ਤੇ ਫਿਰ ਉੱਥੇ ਹੀ ਵਾਪਸ ਆ ਗਏ ਤੇ ਆਪਾਂ ਵੀ ਉਹਨਾਂ ਦੇ ਮਗਰ ਉੱਦਾਂ ਹੀ ਰੈਲੀਆਂ 'ਚ ਜਾਣ ਲੱਗ ਗਏ, ਤਾਂ ਫਿਰ ਫਾਇਦਾ ਕਿਹੜੀ ਗੱਲ ਦਾ ਹੋਇਆ? ਮੇਰੀ ਇੱਕ ਸਾਥੀ ਦੇ ਨਾਲ ਗੱਲ ਹੋਈ, ਮੈਂ ਕਿਹਾ ਵੀ ਤੁਸੀਂ ਵੀ ਫਲਾਣੀ ਪਾਰਟੀ ਦੀ ਰੈਲੀ ਦੇ ਵਿੱਚ ਜਾ ਕੇ ਆਏ ਆ, ਕੀ ਕਰਨਾ? ਉਹ ਕਹਿੰਦਾ ਦੇਖੋ ਜੀ ਅਸੀਂ ਖਾਨਦਾਨੀ ਤੌਰ ਤੇ ਫਲਾਣੀ ਪਾਰਟੀ ਨਾਲ ਜੁੜੇ ਆ। ਤੇ ਮੈਂ ਕਿਹਾ ਖਾਨਦਾਨ ਤਾਂ ਆਪਣਾ ਬਹੁਤ ਰੀਸ ਹੋਊਗਾ ਟਾਟੇ ਬਿਰਲੇ ਨਾਲ ਜੁੜਦਾ, ਉਹਨਾਂ ਦੇ ਵੀ ਛਿੱਤਰ ਪਏ ਆ, ਆਪਣੇ ਵੀ ਛਿੱਤਰ ਪੈ ਰਹੇ ਆ। ਇੱਕ ਪੀੜ੍ਹੀ ਤਾਂ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਦਿਮਾਗ ਤੋਂ ਕੰਮ ਲੈ ਲੇ, ਮਗਰ ਹੀ ਥੋੜੀ ਤੁਰੇ ਜਾਣੇ ਯਾਰ। ਆਪਾਂ ਭੇਡਾਂ ਵਰਗੇ ਆ ਵੀ ਇੱਕ ਮੂਹਰੇ ਤੁਰ ਪਈ ਮਗਰ ਮਗਰ ਤੁਰੇ ਜਾਗੇ। ਮਾੜਾ ਮੋਟਾ ਜਾਗਦੀ ਜ਼ਮੀਰ ਵਾਲੇ ਹੋਣਾ ਚਾਹੀਦਾ। ਇਹ ਗੱਲ ਮੇਰੇ ਤੇ ਵੀ ਲਾਗੂ ਹੁੰਦੀ ਹੈ, ਤੁਹਾਡੇ ਸਾਰਿਆਂ ਤੇ ਵੀ, ਆਪਣੇ ਸਾਰਿਆਂ ਤੇ ਲਾਗੂ ਹੁੰਦੀ ਹੈ। ਉਸ ਤੋਂ ਅਗਲੀ ਗੱਲ ਇਹ ਆ ਵੀ ਕਿਸਾਨ ਸੰਘਰਸ਼ ਇਸ ਵਕਤ ਜ਼ੋਰਾਂ ਦੇ ਉੱਤੇ ਆ। ਕੁਝ ਕਿ ਇਕੱਠ ਭਾਵੇਂ ਘਟਿਆ, ਉਹ ਇਸ ਕਰਕੇ ਆ ਕਿਉਂਕਿ ਵਾਢੀ ਦੇ ਦਿਨ ਸ਼ੁਰੂ ਹੋਣ ਲੱਗੇ ਆ, ਫਸਲਾਂ ਜਿਹੜੀਆਂ ਉਹ ਪੱਕਣ ਲੱਗੀਆਂ, ਕਣਕ ਪੱਕਣ ਲੱਗੀ ਆ। ਇਸ ਕਰਕੇ ਮੈਨੂੰ ਲੱਗਦਾ ਵੀ ਵਾਢੀ ਤੋਂ ਬਾਅਦ ਇੱਕ ਵਾਰ ਫਿਰ ਬਾਰਡਰਾਂ ਦੇ ਉੱਤੇ ਬਹੁਤ ਇਕੱਠ ਹੋਊਗਾ। 23 ਤਰੀਕ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤਿੰਨਾਂ ਬਾਰਡਰਾਂ ਦੇ ਉੱਤੇ ਜਾਣਗੇ। 26 ਤਰੀਕ ਨੂੰ ਯਾਨੀ ਕਿ 26 ਮਾਰਚ ਨੂੰ 4 ਮਹੀਨੇ ਪੂਰੇ ਹੋ ਜਾਣੇ ਆ। ਇਸ ਕਰਕੇ ਬਹੁਤ ਵੱਡਾ ਪ੍ਰੋਗਰਾਮ, ਬਹੁਤ ਵੱਡਾ ਸਮਾਗਮ ਉਲੀਕੇ ਜਾਣ ਦੀਆਂ ਖਬਰਾਂ। ਸੋ ਸਰਕਾਰਾਂ ਨੂੰ ਵਕਤ ਪਊਗਾ ਮੈਨੂੰ ਲੱਗਦਾ, ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਆ। ਬਲਵੀਰ ਸਿੰਘ ਰਾਜੇਵਾਲ ਨੇ ਤੇ ਗੁਰਨਾਮ ਸਿੰਘ ਚੜੂਨੀ ਨੇ ਇਹ ਗੱਲ ਕਹੀ ਆ ਵੀ ਭੁਲੇਖੇ ਕੱਢ ਕੇ ਛੱਡਾਂਗੇ ਅਸੀਂ ਆਪ ਵੀ ਤੇ ਸਾਡੇ ਜਿੰਨੇ ਵੀ ਭੈਣ ਭਰਾ ਪੰਜਾਬ ਦੇ ਤੇ ਬਾਕੀ ਭਾਰਤ ਦੇ ਸੂਬਿਆਂ ਨੇ, ਉਹ ਇਸ ਵਕਤ ਕੇਂਦਰ ਦੀ ਸਰਕਾਰ ਤੋਂ ਅੱਕੇ ਪਏ ਆ। ਜੇ ਪੁੱਛਾਂ ਨਾ ਚਕਾਈਆਂ ਇਹਨਾਂ ਦੀਆਂ ਫੇਰ ਆਖਿਓ। ਦੇਖੋ ਗੱਲ ਇਹ ਟਾਣਾ ਸਾਹਿਬ ਕਿ ਇਸ ਵੇਲੇ ਨਾ ਬਹੁਤ ਸਾਰੇ ਲੋਕ ਇੱਕ ਵਹਿਮ ਜਿਹੇ 'ਚ ਤੁਰੇ ਫਿਰਦੇ ਨੇ। ਬਹੁਤ ਸਾਰੇ ਲੋਕ, ਮੈਨੂੰ ਬੜਾ ਹਾਸਾ ਵੀ ਆਉਂਦਾ ਹੁੰਦਾ ਹੈ ਤੇ ਬਹੁਤ ਹੈਰਾਨੀ ਵੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਨਾ
ਵਿਕ ਗਏ, ਇਹਨਾਂ ਨੂੰ ਤਾਂ ਪੈਸੇ ਮੈਨੂੰ ਮਿਲ ਕੱਲ ਹੀ ਗਏ ਇੱਕ ਬੰਦੇ ਨੇ ਕਿਹਾ, ਕਹਿੰਦੇ ਵੀ ਰਾਜੇਵਾਲ ਹੋਰੀ ਤਾਂ ਵਿਕੇ ਹੋਏ ਆ, ਤੇ ਮੈਂ ਕਿਹਾ ਚੈੱਕ ਨੰਬਰ ਵੀ ਪਤਾ ਹੋਊਗਾ ਜੀ। ਕਿਉਂਕਿ ਜਿਹੜਾ ਚੈੱਕ ਕੱਟ ਕੇ ਦਿੱਤਾ 2 ਕਰੋੜ ਦਾ 50 ਕਰੋੜ ਦਾ ਜਿਹਨੇ ਵੀ ਕੱਟ ਕੇ ਦਿੱਤਾ ਉਹ ਵੀ ਪਤਾ ਹੋਊਗਾ, ਜੀ। ਬੈਂਕ ਖਾਤੇ ਦਾ ਵੀ ਤੁਹਾਨੂੰ ਪਤਾ ਹੋਊਗਾ ਜੀ। ਵੀ ਭਾਈ ਇਹਨਾਂ ਦੇ ਇਸ ਖਾਤੇ ਦੇ ਵਿੱਚ ਪੈਸੇ ਪਾਏ ਗਏ ਆ। ਕੋਈ ਫੋਟੋ ਵੀ ਐਸੀ ਆਈ ਹੋਊਗੀ ਜਿੱਥੇ ਜੱਫੀਆਂ ਬਹੁਤ ਪੈ ਰਹੀਆਂ ਅਮਿਤ ਸ਼ਾਹ ਨੂੰ, ਪ੍ਰਧਾਨ ਮੰਤਰੀ ਮੋਦੀ ਨੂੰ, ਜੀ। ਤੇ ਜੇਕਰ ਨਹੀਂ ਤਾਂ ਰੱਬ ਦਾ ਵਾਸਤਾ ਇਹ ਜ਼ਰੂਰੀ ਨਹੀਂ ਆਪਾਂ ਬੋਲਣਾ ਹੀ ਆ। ਬਿਲਕੁਲ ਸਹੀ। ਪਤਾ ਨਹੀਂ ਕਿਉਂ ਅਸੀਂ ਇਹ ਹੱਕ ਹੀ ਸਮਝ ਲੈਂਦੇ ਆ ਵੀ ਮੇਰਾ ਤਾਂ ਇਸ ਮੁੱਦੇ 'ਚ ਬੋਲਣਾ ਬਣਦਾ ਹੈ ਨਾ, ਬਾਕੀ ਕੋਈ ਬੋਲੇ ਜਾਂ ਨਾ ਬੋਲੇ। ਅਸੀਂ ਪਤਾ ਨਹੀਂ ਦਾਅਵੇ ਤਾਂ ਹੀ ਉਹ ਕਰਦੇ ਆ ਜਿਵੇਂ ਥੁੱਕ ਸਾਡੀ ਮੁੱਕ ਗਈ ਹੁੰਦੀ ਆ ਉਹ ਨੋਟ ਗਿਣਦੇ ਆਂਦੀ ਹੈ ਨਾ, ਜਾਂ ਅਸੀਂ ਕੋਲ ਖੜ ਕੇ ਸਾਰਾ ਸੌਦਾ ਕਰਾਇਆ ਹੁੰਦਾ ਹੈ। ਦੇਖੋ ਕੱਲੇ ਕਿਸਾਨ ਆਗੂਆਂ ਦੀ ਗੱਲ ਨਹੀਂ, ਚਾਹੇ ਕੋਈ ਵੀ ਇਨਸਾਨ ਜਿਹੜਾ ਕਿ ਇਸ ਸੰਘਰਸ਼ ਨਾਲ ਜੁੜਿਆ ਹੋਇਆ ਸੀ ਹੈ, ਜਾਂ ਕਹਿ ਲਓ ਵੀ ਜਿਹੜਾ ਇਸ ਸੰਘਰਸ਼ ਦੇ ਬਾਰੇ 'ਚ ਸੋਚਦਾ ਹੈ, ਅਸੀਂ ਜਦੋਂ ਉਹਦੇ ਉੱਪਰ ਕੋਈ ਇਲਜ਼ਾਮ ਲਗਾਉਂਦੇ ਆ, ਕੋਈ ਵੀ ਉਹਦੇ ਉੱਤੇ ਇੱਕ ਟੈਗ ਕੋਈ ਸਬੂਤ ਲਗਾਉਂਦੇ ਹੋਣਾ ਆ ਚਾਹੀਦਾ। ਜੀ, ਉਹਦੇ ਲਈ ਸਾਡੇ ਕੋਲ ਕੋਈ ਪੁਖਤਾ ਸਬੂਤ ਹੋਣਾ ਚਾਹੀਦਾ ਹੈ। ਜੇਕਰ ਸਬੂਤ ਨਹੀਂ ਹੈ ਤਾਂ ਅਸੀਂ ਕਿਸੇ ਦੇ ਵੀ ਤਾਂ ਫਿਰ ਖਿਲਾਫ ਉਨੀ ਐਵੇਂ ਦੇਰ ਹੀ ਨਾ ਤੱਕ ਸਬੂਤ ਲੱਭਣਾ ਚਾਹੀਦਾ। ਜੀ। ਬਿਨਾਂ ਸਬੂਤ ਲੱਭੇ ਤੋਂ ਆਪਾਂ ਨੂੰ ਕਿਸੇ ਬਾਰੇ ਨਹੀਂ ਬੋਲਣਾ ਚਾਹੀਦਾ। ਸਾਨੂੰ ਤਾਂ ਖੁਦ ਨੂੰ ਸਵੇਰ ਦੇ ਵੇਲੇ ਪਤਾ ਲੱਗਦਾ ਵੀ ਸਾਨੂੰ ਕਿਹਨੇ ਖਰੀਦ ਲਿਆ। ਕਈ ਵਾਰੀ ਰਾਤ ਨੂੰ ਵਧੀਆ ਸੁੱਤੇ ਪਏ ਹੁੰਦੇ, ਤੜਕੇ ਨੂੰ ਲਿਖਿਆ ਪਿਆ ਹੁੰਦਾ ਅਕਾਲੀਆਂ ਨੇ ਖਰੀਦ ਲਏ, ਕਈ ਵਾਰੀ ਲਿਖਿਆ ਪਿਆ ਹੁੰਦਾ ਕਾਂਗਰਸ ਨੇ ਖਰੀਦ ਲਏ। ਜੀ। ਸਾਨੂੰ ਵੀ ਘੰਟੇ ਘੰਟੇ ਬਾਅਦ ਪਤਾ ਲੱਗਦਾ ਵੀ ਅੱਛਾ ਆਪਾਂ ਨੂੰ ਉਹਨੇ ਖਰੀਦ ਲਿਆ ਸੀ। ਹਾਂ, ਮਤਲਬ ਹੱਦ ਹੁੰਦੀ ਹੈ ਕਿ ਤੁਸੀਂ ਕਿਸੇ ਬਾਰੇ ਗੱਲ ਕਰੋ ਸਹੀ। ਜੇਕਰ ਕਿਸੇ ਬਾਰੇ ਚੰਗਾ ਕਹਿਤਾ ਤਾਂ ਉਹਨੇ ਖਰੀਦ ਲਏ, ਜੇ ਕਿਸੇ ਬਾਰੇ ਮਾੜਾ ਕਹਿਤਾ ਤਾਂ ਵਿਰੋਧੀਆਂ ਨੇ ਖਰੀਦ ਲਏ। ਇਹ ਖਰੀਦੋ ਫਰੋਖਤ ਤਾਂ ਆਮ ਹੀ ਸ਼ਬਦ ਜਿਹੜਾ ਉਹ ਵਰਤਿਆ ਜਾਣ ਲੱਗ ਪਿਆ, ਪਰ ਜਦ ਤੱਕ ਸਬੂਤ ਨਹੀਂ ਤਦ ਤੱਕ ਆਪਾਂ ਕੋਸ਼ਿਸ਼ ਕਰੀਏ ਵੀ ਚੁੱਪ ਰਹੀਏ। ਇਹ ਆਰਐਸਐਸ ਦਾ ਬੰਦਾ, ਇਹ ਏਜੰਸੀਆਂ ਨੇ ਖਰੀਦ ਲਿਆ। ਇਹ ਬੰਦਾ ਪਹਿਲਾਂ ਤੋਂ ਹੀ ਵਿਕਾਊ ਆ। ਇਸ ਬੰਦੇ ਨੇ ਹੁਣੇ ਜ਼ਮੀਰ ਵੇਚੀ ਆ। ਇਹ ਵਿਕਦਾ ਹੀ ਹੁੰਦਾ। ਆ 5 ਗੱਲਾਂ ਨਾ ਸਾਡੇ ਰਟੀਆਂ ਪਈਆਂ, ਕਿਸੇ ਦੇ ਉੱਤੇ ਵੀ ਲਾਗੂ ਕਰ ਦਿੰਦੇ। ਨਾਲੇ ਗੱਲ ਇਹ ਹੈ ਵੀ ਚਲੋ ਆਪਾਂ ਮੰਨ ਲੈਨੇ ਵੀ ਸਾਰੇ ਵਿਕੇ ਆ, ਜਿਹੜੇ ਪਹਿਲਾਂ ਸੀ ਉਹ ਵੀ ਵਿਕੇ ਆ, ਜਿਹੜੇ ਹੁਣ ਉਹ ਵੀ ਵਿਕੇ ਆ। ਜੇ ਤੁਸੀਂ ਕਹਿੰਦੇ ਹੋ ਤਾਂ ਫਿਰ ਆਪਾਂ ਮੂਹਰੇ ਲੱਗ ਜਾਈਏ। ਆਪਾਂ ਜਾ ਕੇ ਗਰਮੀ 'ਚ ਉੱਥੇ ਬੈਠੀਏ ਨਾ, ਹੁਣ ਆਪਾਂ ਕਹੀਏ ਕਿ ਹੁਣ ਅਸੀਂ ਇਹਨੂੰ ਲੀਡ ਕਰਾਂਗੇ, ਅਸੀਂ ਤੁਹਾਨੂੰ ਦਿਖਾਵਾਂਗੇ ਵੀ ਮਸਲੇ ਦਾ ਹੱਲ ਕਿਵੇਂ ਹੁੰਦਾ। ਗੱਲ ਤਾਂ ਬਣਦੀ ਹੈ। ਸਹੀ ਆ। ਜੱਜ ਦਾ ਵਿਚਾਰ। ਟਾਣਾ ਸਾਹਿਬ ਹੁਣ ਆਪਾਂ ਇੰਨਾ ਪਸੀਨਾ, ਖੂਨ ਪਸੀਨੇ ਦੀ ਕਮਾਈ ਕਰਦਾ ਮੈਂ। ਹੁਣ ਮਿਹਨਤ ਇਹਨਾਂ ਕੋਲ ਵੀ ਖੂਨ ਕੱਢ ਕੇ ਵਿਖਾ। ਮਿਹਨਤ ਮੁਸ਼ੱਕਤ ਦੀ ਕਮਾਈ ਮੁਰਕਾ ਬੜਾ ਆਈ ਜਾਂਦਾ। ਦੇਖੋ ਗਰਮੀ ਵਧ ਗਈ ਆ ਨਾ ਜੀ, ਬਿਲਕੁਲ ਵਧ ਉਤੋਂ ਲਾਈਟਾਂ ਲੂਟਾਂ ਪੈਂਦੀਆਂ ਚਿੱਟਾ ਕਰਨ ਤੇ ਸਾਨੂੰ। ਦੇਖੋ ਜੇ ਅਸੀਂ ਗਰਮੀ ਦੀ ਗੱਲ ਕੀਤੀ, ਸਬੂਤ ਪੇਸ਼ ਕੀਤਾ ਹੈ ਵੀ ਗਰਮੀ ਹੋ ਗਈ ਹੈ। ਹਾਂ, ਬਿਲਕੁਲ ਸਹੀ ਹੈ। ਤੇ ਆਪਾਂ ਹੁਣ ਅੱਗੇ ਵਧੀਏ ਟਾਣਾ ਸਾਹਿਬ ਜੀ। ਅੰਧ ਵਿਸ਼ਵਾਸ ਦੀ ਗੱਲ ਕਰਦੇ ਹਾਂ ਵੀ ਸਾਡੇ ਲੋਕਾਂ ਦੀਆਂ ਜੜਾਂ 'ਚ ਹੀ ਬਹਿ ਗਿਆ ਅੰਧ ਵਿਸ਼ਵਾਸ। ਮੈਂ ਤਾਂ ਇਹ ਕਹੂੰਗੀ ਕਿਉਂਕਿ ਅਸੀਂ ਬਿਨਾਂ ਸੋਚੇ ਸਮਝੇ, ਅਸੀਂ ਬਿਨਾਂ ਪਤਾ ਨਹੀਂ ਕਿਉਂ ਨਾ, ਉਹ ਭੇਡਾਂ ਵਾਲੀ ਗੱਲ ਸਹੀ ਹੈ ਵੀ ਕਿਸੇ ਦੇ ਵੀ ਮਗਰ ਲੱਗ ਜਾਂਦੇ ਆ ਤੇ ਕਿਤੇ ਵੀ ਤੁਰ ਪੈਂਦੇ ਆ। ਅਸੀਂ ਅੰਧ ਵਿਸ਼ਵਾਸ ਤੋਂ ਖਹਿੜਾ ਹੀ ਨਹੀਂ ਛੁਡਾ ਰਹੇ। ਭੇਡਾਂ ਨੂੰ ਥੋੜੇ ਕੁ ਸਮੇਂ ਬਾਅਦ ਮੁੰਨਦੇ ਹੁੰਦੇ ਆ, ਉੱਨ ਲਾਉਂਦੇ ਆ। ਤੇ ਸਾਡੀ ਵੀ ਤਾਂ ਨੇਤਾ ਲੋਕ ਆ ਜਿਹੜੇ ਭੇਡਾਂ ਸਮਝ ਕੇ ਉੱਨ ਲਾਉਂਦੇ ਹੀ ਆ 5 ਸਾਲਾਂ ਬਾਅਦ, ਕਦੇ ਕਿਸੇ ਚੋਣ ਦੇ ਨਾਂ ਤੇ, ਕਦੇ ਕਿਸੇ ਚੋਣ ਦੇ ਨਾਂ ਤੇ। ਅੰਧ ਵਿਸ਼ਵਾਸ ਵਾਲੀ ਗੱਲ ਤੁਸੀਂ ਬਿਲਕੁਲ ਦਰੁਸਤ ਕੀਤੀ ਹੈ। ਸਮਾਜ ਬੇਸ਼ੱਕ ਬਹੁਤ ਜਾਗਰੂਕ ਹੋ ਰਿਹਾ, ਇਹਦੇ ਬਾਬਤ ਅਸੀਂ ਦਾਅਵਾ ਕਰਦੇ ਆ। ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਇਹਦੇ ਬਾਬਤ ਦਾਅਵਾ ਕਰਦੇ ਆ। ਪਰ ਉਦੋਂ ਪਤਾ ਨਹੀਂ ਸਾਡੀ ਸੋਚ ਨੂੰ ਕੀ ਹੋ ਜਾਂਦਾ ਜਦੋਂ ਅਸੀਂ ਪੜ੍ਹਦੇ ਆ। ਵਸ਼ੀਕਰਨ ਕਰਾਓ, ਸੌਂਕੜ ਨੂੰ ਲਿਟਦੀ ਵੇਖੋ, ਫੋਟੋ ਤੇ ਹੀ ਉਪਾ ਕਰਾਓ, ਪਿਆਰ ਨਹੀਂ ਮਿਲਦਾ ਐਂ ਕਰ ਲੋ, ਹੱਥ ਤੇ ਸਰੋਂ ਜਮਾਓ, ਕਿਸੇ ਹੋਰ ਦਾ ਖੋਲੋ, ਆਪਦਾ ਘਰੇ ਰੱਖ ਲੋ, ਆਪਦੇ ਵਾਲੀ ਭਜਾ ਦਿਓ। ਐਦਾਂ ਦੇ ਬੈਠੇ ਤਾਂਤਰਿਕ ਮੈਂ ਤਾਂ ਹੈਰਾਨ ਹੋ ਜਾਣਾ। ਆ ਫਲਾਨਾ ਭੜਕੀਲਾ ਬਾਬਾ, ਫਲਾਨਾ ਰੰਗੀਲਾ ਬਾਬਾ, ਇਹਦੇ ਖਾਤੇ 'ਚ ਪੈਸੇ ਪਾ ਦਿਓ। ਚਮਤਕਾਰ ਪਹਿਲੇ 24 ਘੰਟੇ 'ਚ ਸਾਡਾ ਕਾਲਾ ਟੂਣਾ ਕਦੇ ਕੋਈ ਤੋੜ ਨਹੀਂ ਸਕਿਆ। ਹੈਰਾਨ ਹੁੰਨਾ ਮੈਂ ਇਸ ਗੱਲ ਦੇ ਉੱਤੇ ਵੀ ਕਹਿੰਦੇ ਕਹਾਉਂਦੇ ਮੀਡੀਆ ਅਦਾਰੇ ਇਹਨਾਂ ਇਸ਼ਤਿਹਾਰਾਂ ਨੂੰ ਪ੍ਰਸਾਰਿਤ ਕਰਦੇ ਆ, ਪ੍ਰਕਾਸ਼ਿਤ ਕਰਦੇ ਆ। ਇਦਾਂ ਨਹੀਂ ਕਰਨਾ ਚਾਹੀਦਾ। ਜਲੰਧਰ ਦੇ ਵਿੱਚ ਇੱਕ ਮੁਹੱਲਾ, ਨਾਂ ਕਾਹਤੋਂ ਲੈਣਾ, ਉੱਥੇ ਨਾ ਇੱਕ ਕੁੜੀ ਟਿਊਸ਼ਨ ਪੜ੍ਹਾਉਂਦੀ ਆ। ਚਲੋ ਬਹੁਤ ਚੰਗੀ ਗੱਲ ਆ, ਕੁੜੀਆਂ ਚਿੜੀਆਂ ਨੂੰ ਆਪਣਾ ਆਤਮ ਨਿਰਭਰ ਹੋਣਾ ਚਾਹੀਦਾ, ਮਿਹਨਤ ਕਰਨੀ ਚਾਹੀਦੀ। ਪਰ 13 ਸਾਲ ਦਾ ਇੱਕ ਗਵਾਂਢੀ ਹੈ ਨਾ ਜਿਹੜਾ ਬੱਚਾ, ਉਹ ਇਸ ਕੁੜੀ ਦੇ ਕੋਲੇ ਘਰ ਦੇ ਵਿੱਚ ਟਿਊਸ਼ਨ ਪੜ੍ਹਦਾ ਆਉਂਦਾ, ਮੁਫਤ ਦੇ ਵਿੱਚ ਕੁੜੀ ਪੜ੍ਹਾਉਂਦੀ ਹੈ, ਧੰਨਵਾਦ। ਪਰ ਕੁੜੀ ਤੇ ਕੁੜੀ ਦਾ ਟੱਬਰ ਇੰਨਾ ਅੰਧ ਵਿਸ਼ਵਾਸੀ ਆ ਵੀ ਇੱਕ ਤਾਂਤਰਿਕ ਨੇ ਇਹਨਾਂ ਨੂੰ ਕਿਹਾ ਵੀ ਤੁਹਾਡੀ ਕੁੜੀ ਹੈਗੀ ਮੰਗਲੀਕ, ਇਹਨੂੰ ਕਿਤੇ ਵੀ ਵਿਆਹੋਗੇ ਨਾ ਇਹਦੇ ਘਰ ਵਾਲੇ ਨੇ ਮਰ ਜਾਣਾ, ਇਹਦਾ ਦੂਜਾ ਵਿਆਹ ਸਫਲ ਹੋਣਾ, ਇਸ ਕਰਕੇ ਇਹਦਾ ਇੱਕ ਵਿਆਹ ਕਰੋ। ਉਹ ਨਕਲੀ ਵਿਆਹ ਹੋਵੇ, ਨਾਟਕੀ ਵਿਆਹ ਹੋਵੇ, ਉਹ ਟੁੱਟ ਜਾਵੇ, ਘਰ ਵਾਲਾ ਮਰਿਆ ਸਾਬਤ ਕਰੋ, ਤੇ ਫਿਰ ਅਗਲਾ ਵਿਆਹ ਕਰੋਗੇ ਤੇ ਕੁੜੀ ਦਾ ਬਿਲਕੁਲ ਘਰ ਸੋਹਣਾ ਵਸੂਗਾ। ਇਹ ਬੱਚਾ ਜਿਹੜਾ ਘਰ ਦੇ ਵਿੱਚ ਟਿਊਸ਼ਨ ਪੜ੍ਹਨ ਆਇਆ ਨਾ, ਉਹਦੇ ਨਾਲ ਇਹਨੇ ਨਾਟਕੀ ਵਿਆਹ ਕਰਵਾ ਲਿਆ। ਮਾਪੇ ਤਾਂ ਕਹਿੰਦੇ ਵੀ ਮੁੰਡਾ ਸਾਡਾ ਪੜ੍ਹਨ ਗਿਆ, ਇਹਨੇ ਘਰੇ ਹੋਰ ਹੀ ਚੱਕਰ 'ਚ ਪਾ ਲਿਆ ਸਾਰੇ ਟੱਬਰ ਨੇ। ਉਹ ਪੂਰੇ ਜੀ ਉਹਦੇ ਲਾਵਾਂ ਫੇਰੇ ਹੋਏ ਆ। ਉਸ ਤੋਂ ਬਾਅਦ ਜੀ ਸਾਰੀਆਂ ਰਸਮਾਂ ਕੀਤੀਆਂ। ਉਸ ਤੋਂ ਬਾਅਦ ਜੀ ਕੁੜੀ ਨੇ ਆਪਦੀਆਂ ਵੰਗਾਂ ਭੰਨੀਆਂ, ਚੂੜਾ ਭੰਨਿਆ, ਕਹਿੰਦੀ ਜੀ ਮੇਰੇ ਘਰ ਵਾਲਾ ਮਰ ਗਿਆ। ਪਿੱਟ ਸਿਆਪਾ ਦੁਹਾਈਆਂ ਪਾਈਆਂ ਪੂਰੀਆਂ, ਵੈਣ ਪਾਏ ਆ। ਉਹ ਬੱਚਾ ਜਦੋਂ 2-3 ਘੰਟਿਆਂ ਬਾਅਦ ਆਪਦੇ ਘਰ ਨੂੰ ਗਿਆ ਤੇ ਆਪਦੇ ਮੰਮੀ ਪਾਪੇ ਨੂੰ ਜਾ ਕੇ ਦੱਸਿਆ ਵੀ ਮੇਰਾ ਤਾਂ ਕੰਮ ਆ ਹੋ ਗਿਆ, ਮੇਰਾ ਵਿਆਹ ਵੀ ਹੋ ਗਿਆ, ਮੈਂ ਮਰ ਵੀ ਗਿਆ,
ਚੂੜਾ ਵੀ ਭੰਨਿਆ ਗਿਆ, ਸਾਰਾ ਕੁਝ ਹੋ ਗਿਆ, ਤੇ ਮੁੰਡੇ ਦੇ ਮਾਪੇ ਆ ਜਿਹੜੇ ਉਹ ਪੁਲਿਸ ਕੋਲੇ ਚਲੇ ਗਏ। ਕੁੜੀ ਵਾਲੇ ਵੀ ਸੱਦ ਲਏ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕੋਈ ਬਾਲ ਵਿਆਹ ਨਹੀਂ ਕੀਤਾਗਾ, ਸਾਨੂੰ ਤਾਂ ਤਾਂਤਰਿਕ ਨੇ ਕਿਹਾ ਸੀ ਵੀ ਤੈਨੂੰ ਆਹ ਕੁਝ ਕਰਨਾ ਪਊਗਾ, ਉਪਾਅ ਦੇ ਰੂਪ ਦੇ ਵਿੱਚ ਕੁੜੀ ਦਾ ਸੁਹਾਗ ਤਾਂ ਠੀਕ ਰਹੂਗਾ, ਇਸ ਕਰਕੇ ਸਾਰਾ ਕੁਝ ਕੀਤਾ। ਇਹ ਸਾਡੀ ਮਾਨਸਿਕਤਾ। ਤੁਸੀਂ ਇਹ ਦੇਖੋ ਕਿ ਉਸ ਬੱਚੇ ਦੀ ਮਾਨਸਿਕਤਾ ਦੇ ਉੱਪਰ ਕੀ ਅਸਰ ਪਿਆ ਹੋਵੇਗਾ ਟਾਣਾ ਸਾਹਿਬ। ਉਹ ਬੱਚਾ ਜਿਹੜਾ ਕਿ ਹਾਲੇ ਜਿਹਦਾ ਦਿਮਾਗ ਵਿਕਸਿਤ ਹੋਣਾ ਹੈ, ਜਿਹਦੇ ਦਿਮਾਗ ਨੇ ਹਾਲੇ ਬਣਨਾ ਹੈ ਨਾ, ਜਿਹਦੇ ਦਿਮਾਗ ਦੇ ਵਿੱਚ ਹਾਲੇ ਬਹੁਤ ਸਾਰੀਆਂ ਚੰਗੀਆਂ ਬੁਰੀਆਂ ਚੀਜ਼ਾਂ ਨੂੰ ਪਰਖਣ ਦੀ ਹਿੰਮਤ ਨਹੀਂ ਆ, ਹਾਲੇ ਉਹ ਨਹੀਂ ਉਹਨੂੰ ਸਮਝ ਕੇ ਕਿਹੜੀ ਚੀਜ਼ ਚੰਗੀ ਆ ਕਿਹੜੀ ਮਾੜੀ ਆ, ਹਨਾ। ਤੇ ਉਸ ਬੱਚੇ ਜਿਹੜਾ ਕੱਚਾ ਭਾਂਡਾ ਹੈ, ਉਸ ਬੱਚੇ ਦੇ ਉੱਪਰ ਕੀ ਅਸਰ ਹੋ ਰਿਹਾ ਹੋਊਗਾ? ਬਿਲਕੁਲ ਸਹੀ, ਹਨਾ। ਉਹ ਬੱਚਾ ਅੱਗੇ ਭਵਿੱਖ ਦੇ ਵਿੱਚ ਕੀ ਸੋਚੂਗਾ, ਕੀ ਉਹਦੇ ਉੱਪਰ ਅਸਰ ਹੋਊਗਾ, ਕਿੰਨਾ ਅੰਧ ਵਿਸ਼ਵਾਸੀ ਉਹ ਬਣੂਗਾ, ਇਹ ਸਾਰਾ ਕੁਝ ਇਸ ਗੱਲ ਦੇ ਉੱਪਰ ਨਿਰਭਰ ਕਰਦਾ ਹੈ। ਤੇ ਦੂਸਰੀ ਚੀਜ਼ ਇਹ ਹੈ ਕਿ ਇਹ ਸਾਰਾ ਕੁਝ ਕਰਕੇ ਮਤਲਬ ਕੀ ਹੋ ਜਾਊਗਾ, ਕਿ ਤੁਸੀਂ ਕੀ ਸਾਬਤ ਕਰ ਲਿਆ, ਹਨਾ। ਵੀ ਤੁਸੀਂ ਕਿਸੇ ਬੱਚੇ ਦੇ ਨਾਲ ਐਵੇਂ ਕਿਵੇਂ ਕਰ ਸਕਦੇ ਹੋ? ਠੀਕ ਆ, ਤੁਹਾਡਾ ਆਪਣਾ ਅੰਧ ਵਿਸ਼ਵਾਸ ਇੱਕ ਪਾਸੇ, ਵੀ ਤੁਹਾਨੂੰ ਜੋ ਵੀ ਕਿਸੇ ਨੇ ਕਿਹਾ, ਤਾਂਤਰਿਕ ਨੇ ਕਿਹਾ, ਤੁਸੀਂ ਉਹ ਕਰਨਾ ਹੈ, ਪਰ ਬਿਨਾਂ ਕਿਸੇ ਦੇ ਮਾਪਿਆਂ ਨੂੰ ਪੁੱਛਿਆ, ਬਿਨਾਂ ਤੁਸੀਂ ਕਿਸੇ ਨਾਲ ਗੱਲ ਕੀਤਿਆਂ, ਕਿਸੇ ਬੱਚੇ ਦੇ ਨਾਲ ਐਵੇਂ ਕਿਵੇਂ ਕਰ ਸਕਦੇ ਹੋ? ਮੈਂ ਕੀ ਕਹਾਂ ਇਹਨਾਂ ਲੋਕਾਂ ਬਾਰੇ। ਇਹਨਾਂ ਲੋਕਾਂ ਦੀ ਸੋਚ ਨੂੰ ਨਾ ਕੈਂਸਰ ਹੋਇਆ ਪਿਆ, ਇਹਨਾਂ ਲੋਕਾਂ ਦੀ ਸੋਚ ਨੂੰ ਗ੍ਰਹਿਣ ਲੱਗ ਗਿਆ। ਕਰੋਨਾ ਤਾਂ ਇਹਨਾਂ ਦੀ ਮਤ ਨੂੰ ਹੋਇਆ ਪਿਆ, ਹੋਰ ਨਹੀਂ ਕਿਸੇ ਨੂੰ ਹੋਇਆ। ਇਹ ਸਾਡੇ ਦੇਸ਼ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਚੱਲਦਾ ਰਹਿਣਾ। ਅਸੀਂ ਕਹਿੰਦੇ ਜੀ ਅਸੀਂ ਤਾਂ ਬਹੁਤ ਵਿਕਾਸਸ਼ੀਲ ਹੋ ਗਏ ਆ, ਅਸੀਂ ਤਾਂ ਬੜੇ ਪੜ੍ਹੇ ਲਿਖੇ ਆ ਜੀ। ਆਏ ਦਿਨ ਖਬਰਾਂ ਵੀ ਅਸੀਂ ਪੜ੍ਹਦੇ ਆ। ਪਿੱਛੇ ਜੀ ਆਪਾਂ ਖਬਰ ਸਾਂਝੀ ਕੀਤੀ ਸੀ, ਜਿਹੜਾ ਹਾਈਟੈਕ ਇੱਕ ਤਾਂਤਰਿਕ ਫੜਿਆ ਗਿਆ ਸੀ, ਜਿਹੜਾ ਕਹਿੰਦਾ ਸੀ ਖਾਤੇ 'ਚ ਪੈਸੇ ਪਾ ਦਿਓ। ਉਹ ਸੋਸ਼ਲ ਮੀਡੀਆ ਦੇ ਉੱਪਰ ਬੰਦਿਆਂ ਨੂੰ ਫਸਾਉਂਦਾ ਹੁੰਦਾ ਸੀ, ਤੇ ਜੇ ਕੋਈ ਪੈਸੇ ਨਹੀਂ ਸੀ ਦਿੰਦਾ ਤੇ ਫਿਰ ਡਰਾਉਂਦਾ ਹੁੰਦਾ ਸੀ ਵੀ ਜੇ ਨਾ ਦਿੱਤੇ ਤਾਂ ਆਹ ਅਨਰਥ ਹੋ ਜਾਣਾ, ਆਹ ਹੋ ਜਾਣਾ, ਤੁਹਾਡੇ ਨਾਲ ਆਹ ਹੋ ਜਾਣਾ। ਤੇ ਬੰਦੇ ਡਰਦੇ ਮਾਰੇ ਉਹਨੂੰ ਪੈਸੇ ਵੀ ਪਾ ਦਿੰਦੇ ਸੀ, ਲੱਖਾਂ ਰੁਪਈਆ ਉਹਨੇ ਇਦਾਂ। ਮੇਰੀ ਹੱਥ ਜੋੜ ਕੇ ਬੇਨਤੀ ਆ ਲੋਕਾਂ ਨੂੰ, ਸਾਰਿਆਂ ਨੂੰ, ਭੈਣਾਂ ਵੀਰਾਂ ਨੂੰ, ਵੀ ਇਦਾਂ ਦੇ ਪੁਚੜਾਵਿਆਂ ਦੇ ਵਿੱਚ ਨਾ ਆਇਆ ਕਰੋ। ਆ ਪਿੱਛੇ ਜੇ ਬੰਬੇ ਵਾਲੀ ਖਬਰ ਅਸੀਂ ਸਾਂਝੀ ਕੀਤੀ ਸੀ, ਉਹ ਨਿੱਤ ਕਹਿੰਦਾ ਹੁੰਦਾ ਸੀਗਾ ਵੀ ਪ੍ਰੇਮੀ ਜਨ ਮਿਲਾਪ ਕਰਵਾਓ, ਸੌਂਕਣ ਲਿਟਦੀ ਵੇਖੋ, ਮਨ ਚਾਹਿਆ ਪਿਆਰ ਹਾਸਲ ਕਰੋ, ਨਹੀਂ ਆਉਂਦੀ ਕਿਸੇ ਦੀ ਲਿਆ ਦਾਂਗੇ, ਆਪਦੀ ਭਜਾ ਦਿਆਂਗੇ। ਤੇ ਉਸ ਬੰਦੇ ਦੀ ਆਪਦੀ ਘਰ ਵਾਲੀ ਭੱਜ ਗਈ, ਉਸ ਤਾਂਤਰਿਕ ਦੀ। ਉਹਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਵੀ ਮੇਰੇ ਵਾਲੀ ਕੌਣ ਲੈ ਗਿਆ। ਹਾਂ, ਵੀ ਉਹ ਭੱਜੀ ਕਿੱਥੇ ਆ, ਉਹ ਉਹਨੂੰ ਲੱਭਦਾ ਫਿਰਦਾ ਹੈ। ਜੱਜ ਦਾ ਵਿਚਾਰ। ਆਪਾਂ ਹੁਣ ਅੱਗੇ ਵਧੀਏ। ਵਧੋ। ਟਾਣਾ ਸਾਹਿਬ, ਤੀਰਥ ਸਿੰਘ ਹੋਣਾ ਨੂੰ ਜਾਣਦੇ ਹੋ? ਬਿਲਕੁਲ ਜਾਣਦਾ। ਕੌਣ ਆ ਭਲਾ? ਉਹ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਜੀ। ਬਿਲਕੁਲ ਸਹੀ। ਹਮੇਸ਼ਾ ਆਪਣੇ ਬਿਆਨਾਂ ਦਾ ਕਰਕੇ ਚਰਚਾ ਦੇ ਵਿੱਚ ਰਹਿੰਦੇ। ਹੁਣੇ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ, ਕਹਿੰਦੇ ਵੀ ਜਿੰਨੇ ਵਧੀਆ ਕੰਮ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਕਰ ਰਹੇ ਆ, ਹੌਲੀ ਹੌਲੀ ਲੋਕਾਂ ਨੇ ਇਹਨਾਂ ਨੂੰ ਆਪੇ ਰਾਮਚੰਦਰ ਜੀ ਮੰਨ ਲੈਣਾ। ਇਹ ਭਗਵਾਨ ਰਾਮਚੰਦਰ ਦਾ ਰੂਪ ਬਣ ਜਾਣੇ ਆ। ਤੇ ਉਹਨਾਂ ਨੇ ਇਹ ਜਿਹੜੀ ਤੁਲਨਾ ਕੀਤੀ ਸੀ ਉਹਨਾਂ ਦੀ ਭਗਵਾਨ ਰਾਮ ਦੇ ਨਾਲ, ਇਹਦੇ ਨਾਲ ਕਿਸੇ ਦੀਆਂ ਭਾਵਨਾਵਾਂ ਨਹੀਂ ਭੜਕੀਆਂ। ਅਸੀਂ ਤਾਂ ਭਗਵਾਨ ਰਾਮਚੰਦਰ ਜੀ ਦਾ ਵੀ ਸਤਿਕਾਰ ਕਰਦੇ ਆ। ਅਸੀਂ ਚਾਹੁੰਦੇ ਵੀ ਸਾਰੇ ਧਰਮਾਂ ਦੇ ਵਿੱਚ ਆਸਥਾ ਜਿਹੜੀ ਜਿੱਥੇ ਆ ਉਹ ਜੁੜੀ ਰਵੇ ਤੇ ਕਿਸੇ ਦੀ ਭਾਵਨਾ ਤੇ ਸੱਟ ਨਾ ਵੱਜੇ। ਪਰ ਜੇਕਰ ਕਿਸੇ ਹੋਰ ਨੇ ਗੱਲ ਕੀਤੀ ਹੁੰਦੀ ਫਿਰ ਭਾਵਨਾਵਾਂ ਭੜਕਣੀਆਂ ਬਹੁਤ ਸੀ। ਬਿਲਕੁਲ ਸਹੀ ਗੱਲ ਹੈ। ਤੇ ਇਹਨਾਂ ਨੇ ਹੁਣ ਫਿਰ ਤੋਂ ਇੱਕ ਬਿਆਨ ਦਿੱਤਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਦੇ ਮੁੱਦਿਆਂ ਦੇ ਬਾਰੇ ਚ ਚਰਚਾ ਕਦੋਂ ਕਰਦੇ ਹੋਣਗੇ, ਲੋਕਾਂ ਵੱਲ ਖਿਆਲ ਕਦੋਂ ਕਰਦੇ ਹੋਣਗੇ ਵੀ ਉਹਨਾਂ ਨੂੰ ਕੀ ਕੀ ਚੀਜ਼ਾਂ ਦੀ ਲੋੜ ਹੈ। ਇਹਨਾਂ ਦਾ ਧਿਆਨ ਤਾਂ ਪਾਰਟੀਆਂ ਜਿੰਨਾ ਤੋਂ ਹੀ ਨਹੀਂ ਨਿਕਲਦਾ। ਮੁੱਖ ਮੰਤਰੀ ਸਾਹਿਬ ਆ ਨਾ, ਇਹਨਾਂ ਨੂੰ ਕਿਸੇ ਦੇ ਉੱਤੇ ਵੀ ਟਿੱਪਣੀ ਕਰਨ ਦਾ ਅਧਿਕਾਰ ਮਿਲਿਆ, ਕਾਨੂੰਨੀ ਤੌਰ ਦੇ ਉੱਤੇ ਮਿਲਿਆ ਹੋਇਆ। ਇਹਨਾਂ ਨੇ ਹੁਣ ਟਿੱਪਣੀ ਕੀਤੀ ਆ, ਕਹਿੰਦੇ ਵੀ ਵੱਡੇ ਘਰਾਂ ਦੇ ਮੁੰਡੇ ਕੁੜੀਆਂ ਨਾ ਜਿਹੜੇ ਉਹ ਪੱਟੀਆਂ ਜੀਨਾ ਪਾ ਕੇ ਰੱਖਦੇ ਆ। ਕਹਿੰਦੇ ਵੀ ਇਹ ਕਿਹੜੇ ਸੰਸਕਾਰ ਹੋਏ ਸਾਡੇ ਵੀ ਪੱਟੀਆਂ ਜੀਨਾ ਆਪਦਾ ਪਿੰਡਾ ਦਿਖਾਈ ਜਾਣਾ, ਕੋਈ ਠੀਕ ਗੱਲ ਆ? ਮੈਂ ਹੁਣ ਇਹਨਾਂ ਨੂੰ ਜੇਕਰ ਉੱਤਰ ਦੇਵਾਂ ਵੀ ਯੋਗੀ ਆਦਿੱਤਿਆਨਾਥ ਹੋਰੀ ਪੈਂਟ ਸ਼ਰਟ ਪਾ ਕੇ ਰੱਖਦੇ ਕਿ ਫੁਲਕਾਰੀ ਲੈ ਕੇ ਰੱਖਦੇ ਆ? ਇਧਰੋਂ ਰਾਮਦੇਵ ਆ, ਉਹਨੇ ਕਦੋਂ ਫੁਲਕਾਰੀ ਲਈ ਹੁੰਦੀ ਆ? ਉਹ ਨੰਗੇ ਹੋ ਜਾਣ, ਕੱਲਾ ਲੰਗੋਟ ਪਾ ਕੇ ਤੁਰੇ ਫਿਰਨ, ਠੀਕ ਆ। ਜੇ ਕਿਸੇ ਦਾ ਗੋਡਾ ਨਜ਼ਰ ਆ ਗਿਆ ਆਪਾਂ ਨੂੰ ਸਮੱਸਿਆ ਹੋ ਜਾਂਦੀ ਹੈ। ਨਹੀਂ ਰਾਮਦੇਵ ਹੋਰਾਂ ਨੇ ਤਾਂ ਸਲਵਾਰ ਪਾਈ ਸੀ, ਇਸ ਲਈ ਉਹ ਇਸ ਗੱਲ ਤੋਂ ਬਾਹਰ ਹੋ ਜਾਂਦੇ ਨੇ। ਤੇ ਆਪ ਕਿਹੜਾ ਉਹਨੇ ਤਰਪਾਈ ਕੀਤੀ ਸੀਗੀ ਪਹੁੰਚਾਂ ਦੇ ਉੱਤੇ, ਉਹ ਐਂ ਕਿਸੇ ਦੀ ਚੱਕੀ ਸੀ। ਪਹੁੰਚੇ ਤੇ ਤਰਪਾਈ ਨਹੀਂ ਹੁੰਦੀ, ਜਿੱਥੇ ਮਰਜ਼ੀ ਕਰ ਲਓ। ਹਾਂ ਚੋ ਕੁੜਤੇ ਤੇ ਹੁੰਦੀ ਹੈ ਹਨਾ। ਹਾਂ, ਉਹ ਕਮੀਜ਼ ਤੇ ਤਰਪਾਈ ਹੁੰਦੀ ਹੈ। ਪਰ ਗੱਲ ਇਹ ਹੈ ਕਿ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਮਤਲਬ ਜੇ ਤੁਸੀਂ ਮੁੱਖ ਮੰਤਰੀ ਹੋ ਤਾਂ ਕੁਝ ਵੀ ਕਹੋਗੇ। ਕਹਿੰਦੇ ਇੱਕ ਵਾਰ ਮੈਂ ਜਹਾਜ਼ 'ਚ ਸਫ਼ਰ ਕਰ ਰਿਹਾ ਸੀ। ਹਾਂ, ਕਹਿੰਦੇ ਮੈਂ ਇੱਕ ਵਾਰੀ ਜਹਾਜ਼ 'ਚ ਸਫ਼ਰ ਕਰਾਂ ਤੇ ਇੱਕ ਔਰਤ ਬੜੀ ਮਾਡਰਨ ਜੀ, ਬੜੀ ਸੋਹਣੀ ਜੀ, ਮੈਂ ਉਹਦੇ ਵੱਲ ਦੇਖਿਆ, ਉਹਦੇ ਗੋਡਿਆਂ ਤੋਂ ਪਾਟੀ ਹੋਈ ਜੀਨ ਪਾਈ, ਉੱਚੀ ਅੱਡੀ ਵਾਲੇ ਸੈਂਡਲ ਪਾਏ। ਤੇ ਮੈਂ ਪੁੱਛਿਆ ਜੀ ਤੁਸੀਂ ਕੌਣ ਹੋ? ਕਹਿੰਦੀ ਜੀ ਮੈਂ ਹੈਗੀ ਸਮਾਜ ਸੇਵਕਾ। ਤੇ ਕਹਿੰਦੇ ਜੀ ਐ ਸਮਾਜ ਸੇਵਕ ਹੁੰਦੇ ਆ? ਹੁਣ ਸਮਾਜ ਸੇਵਕ ਦੀ ਪਰਿਭਾਸ਼ਾ ਵੀ ਤੁਹਾਡੇ ਕਹੇ ਮੁਤਾਬਕ ਆ ਜੀ। ਬਿਲਕੁਲ। ਉਹ ਇਹਨਾਂ ਨੂੰ ਪੁੱਛ ਕੇ ਵੀ ਦੇਖੋ ਮੈਨੂੰ ਕੀ ਪਾਉਣਾ ਚਾਹੀਦਾ ਹੈ, 2 ਪਜਾਮੇ ਪਾ ਲਓ ਫਿਰ ਸਮਾਜ ਸੇਵਕਾਂ ਜੀ। ਮੈਨੂੰ ਕੀ ਖਾਣਾ ਚਾਹੀਦਾ ਹੈ, ਕੀ ਪਾਉਣਾ ਚਾਹੀਦਾ ਹੈ, ਕਿਵੇਂ ਜਾਣਾ ਚਾਹੀਦਾ ਹੈ, ਕਿੱਥੇ ਬਹਿਣਾ ਚਾਹੀਦਾ ਹੈ, ਸਾਰਾ ਕੁਝ ਇਹਨਾਂ ਨੂੰ ਪੁੱਛ ਕੇ ਕਰੋ। ਇਹ ਸਾਡੇ ਦੇਸ਼ ਦੇ ਵਿੱਚ ਹੀ ਹੁੰਦਾ, ਕਿਸੇ ਹੋਰ ਦੁਨੀਆ ਦੇ ਵਿੱਚ ਹਿੱਸੇ 'ਚ ਨਹੀਂ ਹੁੰਦਾ। ਜੀ ਬਿਲਕੁਲ। ਕੀ ਖਾਣਾ, ਕੀ ਪਹਿਨਣਾ,
ਕਿਵੇਂ ਰਹਿਣਾ, ਕੀ ਕਰਨਾ, ਇਹ ਮਨੁੱਖ ਦੀ ਸ਼ਖਸੀ ਆਜ਼ਾਦੀ ਹੈ। ਇਹਦੇ ਵਿੱਚ ਕੋਈ ਟਿੱਪਣੀ ਕਰਨ ਵਾਲਾ ਕੌਣ ਹੁੰਦਾ? ਕੌਣ ਹੁੰਦਾ ਟੁੱਚਰ ਡਾਉਣ ਵਾਲਾ? ਨਾਲੇ ਗੱਲ ਇਹ ਹੈ ਟਾਣਾ ਸਾਹਿਬ ਕਿ ਕਿਸੇ ਦੇ ਵੀ ਕੱਪੜਿਆਂ ਤੋਂ ਤੁਸੀਂ ਉਹਦੇ ਚਰਿੱਤਰ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਇਹ ਕਿਤੇ ਨਹੀਂ ਲਿਖਿਆ ਕਿ ਜਿਹੜੇ ਪੂਰੇ ਕੱਪੜੇ ਪਾਉਂਦੇ ਨੇ ਉਹ ਹਮੇਸ਼ਾ ਚੰਗੇ ਚਰਿੱਤਰ ਦੇ ਮਾਲਕ ਹੀ ਹੁੰਦੇ ਨੇ, ਤੇ ਕਿਤੇ ਨਹੀਂ ਲਿਖਿਆ ਵੀ ਜਿਹੜੇ ਕੱਪੜੇ ਜਿਨ੍ਹਾਂ ਦੇ ਵਿੱਚ ਤੁਹਾਡੀ ਅੱਖ ਨੂੰ ਕੋਈ ਨੁਕਸ ਨਜ਼ਰ ਆਉਂਦਾ ਹੈ ਤੇ ਉਹ ਬੰਦੇ ਦੇ ਚਰਿੱਤਰ ਦੇ ਵਿੱਚ ਵੀ ਕੋਈ ਸਮੱਸਿਆ ਹੋਏਗੀ। ਜੇ ਆਪਾਂ ਇਹਨਾਂ ਗੱਲਾਂ ਦੇ ਵੱਲ ਖਿਆਲ ਨਾ ਕਰਗੇ ਤਾਂ ਆਪਣੇ ਸੂਬੇ ਦੇ ਬਹੁਤ ਸਾਰੇ ਮਸਲੇ ਆ। ਆਪਾਂ ਨੂੰ ਗਲੀਆਂ ਨਾਲੀਆਂ ਤੁਹਾਡੇ ਵੀ ਪੱਕੀਆਂ ਨਹੀਂ ਹੋਈਆਂ ਹੋਣੀਆਂ। ਉਹਨਾਂ ਮਸਲਿਆਂ ਦੇ ਵੱਲ ਖਿਆਲ ਆਪਣਾ ਤਾਂ ਜਾਊਗਾ ਜੇਕਰ ਆਪਾਂ ਇਹਨਾਂ ਗੱਲਾਂ ਦੇ ਵੱਲੋਂ ਧਿਆਨ ਪਰੇ ਕਰਾਂਗੇ। ਦੁਨੀਆ ਚੰਦ ਤੇ ਪਹੁੰਚ ਗਈ, ਦੁਨੀਆ ਕਹਿੰਦੀ ਚੰਦ ਦੇ ਉੱਤੇ ਘਰ ਬਣਾਉਣਾ, ਤੇ ਇਹਨਾਂ ਨੇ ਇੱਕੋ ਗੱਲ ਕਰੀ ਜਾਣੀ, ਲੀੜੇ ਐ ਨਹੀਂ ਪਾਉਣੇ, ਫਲਾਣੇ ਬੰਦੇ ਇਉਂ ਹਨ, ਇਹ ਸੰਸਕਾਰ ਇਉਂ ਹਨ। ਜਾਂ ਤਾਂ ਫਿਰ ਇਉਂ ਕਰੋ ਨਾ ਵੀ ਜਿਹੜੇ ਸੰਸਕਾਰਾਂ ਦੀ ਆਪਾਂ ਗੱਲ ਕਰਦੇ ਆ ਕੱਲੀ ਕੱਲੀ ਗੱਲ ਦੇ ਉੱਤੇ ਅਮਲ ਕਰੋ। ਬਿਲਕੁਲ, ਸੰਸਕਾਰ ਸਾਡੇ ਇਹ ਵੀ ਕਹਿੰਦੇ ਨੇ ਵੀ ਕਿਸੇ ਦੀ ਧੀ ਭੈਣ ਵੱਲ ਅੱਖ ਚੁੱਕ ਕੇ ਨਹੀਂ ਵੇਖਣਾ। ਜਿਹੜੇ ਧਾਰਮਿਕ ਦੇਵੀ ਦੇਵਤਿਆਂ ਦੇ ਨਾਲ ਅਸੀਂ ਵੱਖ-ਵੱਖ ਨੇਤਾਵਾਂ ਦੀ ਤੁਲਨਾ ਕਰਦੇ ਆ, ਉਹਨਾਂ ਨੇ GDP ਨਹੀਂ ਡੇਗੀ ਸੀਗੀ। ਬਿਲਕੁਲ ਸਹੀ। ਤੁਸੀਂ ਕਿਸੇ ਵੀ ਦੇਵੀ ਦੇਵਤੇ ਦੀ, ਕਿਸੇ ਵੀ ਭਗਵਾਨ ਦੀ ਤੁਲਨਾ ਕਿਸੇ ਇਨਸਾਨ ਨਾਲ ਕਰ ਹੀ ਨਹੀਂ ਸਕਦੇ ਹੋ, ਤੇ ਤੁਸੀਂ ਕਿਵੇਂ ਕਰ ਦਿੱਤੀ? ਸਾਡੇ ਸੰਸਕਾਰ ਇਹ ਕਹਿੰਦੇ ਆ ਕਿ ਅਸੀਂ ਆਪਣੇ ਕੰਮ ਨਾਲ ਮਤਲਬ ਰੱਖੀਏ, ਦੂਜੇ ਦੇ ਕੰਮ ਦੇ ਵਿੱਚ ਨਾ ਟੰਗ ਅੜਾਈਏ ਤੇ ਆਪਾਂ ਉਹ ਵੀ ਉਡਾਉਣੀ ਹੁੰਦੀ ਹੈ। ਸਾਡੇ ਸੰਸਕਾਰ ਕਹਿੰਦੇ ਆ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਪਰ ਅਸੀਂ ਮੰਨ ਕੇ ਰਾਜ਼ੀ ਨਹੀਂ। ਸਾਡੇ ਸੰਸਕਾਰ ਇਹ ਕਹਿੰਦੇ ਨੇ ਵੀ ਕਿਸੇ ਦਾ ਭਲਾ ਕਰੋਗੇ ਤਾਂ ਤੁਹਾਡਾ ਭਲਾ ਹੋਏਗਾ, ਪਰ ਅਸੀਂ ਕਹਿੰਦੇ ਵੀ ਨਹੀਂ, ਆਪਣਾ ਹੀ ਭਲਾ ਕਰ ਲਈਏ, ਕਿਸੇ ਦਾ ਭਲਾ ਹੋਵੇ ਜਾਂ ਨਾ ਹੋਵੇ। ਸਾਡੇ ਸੰਸਕਾਰ ਤਾਂ ਇਹ ਵੀ ਕਹਿੰਦੇ ਨੇ ਕਿ ਸਾਨੂੰ ਹਮੇਸ਼ਾ ਆਪਣੇ ਕੰਮ ਵੱਲ ਖਿਆਲ ਕਰਨਾ ਚਾਹੀਦਾ ਹੈ, ਪਰ ਆਪਾਂ ਨਹੀਂ ਕਰਦੇ। ਸਿੱਖ ਹਿੰਦੂ ਧਰਮ ਦਾ ਸਤਿਕਾਰ ਕਰਨ ਜੀ, ਹਿੰਦੂ ਭਾਈਚਾਰਾ ਮੁਸਲਿਮ ਭਾਈਚਾਰੇ ਦਾ ਸਤਿਕਾਰ ਕਰੇ, ਮੁਸਲਿਮ ਭਾਈਚਾਰਾ ਬਾਕੀਆਂ ਦਾ ਸਤਿਕਾਰ ਕਰੇ। ਲੋੜ ਇਸ ਵਕਤ ਇਸ ਗੱਲ ਦੀ ਹੈ, ਧਰਮ ਦੇ ਨਾਂ ਦੇ ਉੱਤੇ, ਪਹਿਰਾਵੇ ਦੇ ਨਾਂ ਦੇ ਉੱਤੇ, ਖਾਣ ਪੀਣ ਦੇ ਨਾਂ ਦੇ ਉੱਤੇ ਤੇ ਪਸ਼ੂਆਂ ਪੰਛੀਆਂ ਦੇ ਨਾਂ ਦੇ ਉੱਤੇ ਟੁੱਚਰਾਂ ਲਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਬਿਲਕੁਲ ਸਹੀ ਗੱਲ ਹੈ, ਤੇ ਕਿਸੇ ਨੂੰ ਵੀ ਐਵੇਂ ਪ੍ਰਮਾਣ ਪੱਤਰ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ। ਆਪਾਂ ਆਪ ਵੇਖੀਏ ਕਿ ਅਸੀਂ ਕੀ ਪਾਉਨੇ ਆ, ਕੀ ਖਾਂਦੇ ਆ, ਕਿਵੇਂ ਜਾਂਦੇ ਆ ਤੇ ਕੀ ਸਾਨੂੰ ਕਰਨਾ ਚਾਹੀਦਾ। ਤੇ ਆਪਾਂ ਆਪ ਕੀ ਪਾਉਨੇ ਪਤਾ ਹੀ ਆ, ਕਲੇਸ਼। ਜੱਜ ਦਾ ਵਿਚਾਰ। ਟਾਣਾ ਸਾਹਿਬ, ਸਤਿਆਪਾਲ ਮਲਿਕ ਇਸ ਵੇਲੇ ਇਹ ਨਾਂ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨਾ, ਉਹਨਾਂ ਦਾ ਨਾਂ ਸੁਰਖੀਆਂ ਦੇ ਵਿੱਚ ਆਉਣਾ ਹੀ ਚਾਹੀਦਾ। ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕਿਉਂ ਨਾ ਹੋਵੇ, ਭਾਵੇਂ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਤੇ ਭਾਵੇਂ ਕਿਸੇ ਵੀ ਸੂਬੇ ਜਾਂ ਦੇਸ਼ ਦਾ ਕਿਉਂ ਨਾ ਹੋਵੇ। ਸਾਡੇ ਭਾਰਤ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਉਲਾਂਭੇ ਸ਼ੁਰੂ ਹੋ ਜਾਂਦੇ ਆ। ਧੰਨਵਾਦ ਲਿਲੀ ਸਿੰਘ ਦਾ, ਧੰਨਵਾਦ ਹਰਿਆਣਾ ਦਾ, ਧੰਨਵਾਦ ਗ੍ਰੇਟਾ ਥਨਬਰਗ ਦਾ, ਧੰਨਵਾਦ ਉਹਨਾਂ ਸੰਸਦਾਂ ਦਾ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਮੈਂਬਰ ਬੈਠੇ ਆ, ਜਿਨ੍ਹਾਂ ਨੇ ਕਿਸਾਨਾਂ ਦੀ ਬਾਤ ਪਾਈ ਆ। ਬਿਲਕੁਲ ਸਹੀ ਗੱਲ ਹੈ, ਪਰ ਅਸੀਂ ਤਾਂ ਵੀ ਉਹਨਾਂ ਤੋਂ ਕੁਝ ਨਹੀਂ ਸਿੱਖ ਰਹੇ। ਪਰ ਆਪਾਂ ਗੱਲ ਕਰ ਰਹੇ ਸੀ ਸਤਿਆਪਾਲ ਮਲਿਕ ਹੋਰਾਂ ਦੀ। ਦੇਖੋ, ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ ਨਾ, ਉਹ ਗੱਲਾਂ ਵਾਕਈ ਸੋਚਣ ਵਿਚਾਰਨ ਵਾਲੀਆਂ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਆ ਟਾਣਾ ਸਾਹਿਬ ਵੀ ਤੁਸੀਂ ਕਿਸੇ ਦੇ ਵੀ ਸਮਰਥਕ ਹੋ ਸਕਦੇ ਹੋ, ਕਿਸੇ ਨੂੰ ਵੀ ਤੁਸੀਂ ਚੰਗਾ ਮਾੜਾ ਮੰਨ ਸਕਦੇ ਹੋ, ਪਰ ਆਪਣੇ ਹਮੇਸ਼ਾ ਜਿਹੜੇ ਦਿਮਾਗ ਦੇ ਦਰਵਾਜ਼ੇ ਉਹ ਖੋਲ ਕੇ ਕਿਸੇ ਦੇ ਮਗਰ ਲੱਗੋ। ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ ਕਹੋ। ਤੇ ਉਹੀ ਕੰਮ ਸ਼ਾਇਦ ਹੁਣ ਸਤਿਆਪਾਲ ਮਲਿਕ ਹੋਰੀ ਕਹਿ ਰਹੇ ਨੇ ਵੀ ਗਲਤ ਨੂੰ ਉਹ ਗਲਤ ਹੀ ਕਹਿ ਰਹੇ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਨੇ। ਬਿਲਕੁਲ ਸਹੀ ਗੱਲ ਹੈ। ਕੱਲ ਮੈਨੂੰ ਇੱਕ ਸੱਜਣ ਦਾ ਫੋਨ ਆਇਆ, ਮੈਨੂੰ ਕਹਿੰਦੇ ਵੀ ਸਤਿਆਪਾਲ ਮਲਿਕ ਰਾਜਪਾਲ ਨੇ ਜਿਹੜੇ ਮੇਘਾਲਿਆ ਦੇ, ਉਹਨਾਂ ਨੇ ਆਪਣੀ ਸਰਕਾਰ ਦੇ ਉੱਤੇ ਇੰਨੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ, ਹਾਲੇ ਤੱਕ ਛਾਪਾ ਨਹੀਂ ਪਿਆ। ਤੇ ਮੈਂ ਕਿਹਾ ਹੋਏ ਵੀ ਕਿੰਨੇ ਘੰਟੇ ਆ, ਕੋਈ ਪਤਾ ਨਹੀਂ ਕਿਹੜੇ ਵੇਲੇ ਖਬਰ ਆ ਜੇ ED ਆ ਗਈ, ਇਨਕਮ ਟੈਕਸ ਵਿਭਾਗ ਆ ਗਿਆ, NIA ਆ ਗਿਆ, ਦਾ ਨੋਟਿਸ ਆ ਗਿਆ। ਸੋ ਇਦਾਂ ਦੀਆਂ ਖਬਰਾਂ ਆਉਂਦੀਆਂ ਜਿਹਦੇ ਕਰਕੇ ਲੋਕਾਂ ਦੇ ਮਨ ਵਿੱਚ 100 ਕਿਸਮ ਦੇ ਸਵਾਲ ਆ। ਸਤਿਆਪਾਲ ਮਲਿਕ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਪਾਰਟੀ ਦੇ ਲਈ ਵਫਾਦਾਰ ਆ, ਪਰ ਜੇਕਰ ਮੇਰੀ ਪਾਰਟੀ ਕੋਈ ਗਲਤੀ ਕਰਦੀ ਹੈ ਤਾਂ ਮੈਂ ਗਲਤ ਨੂੰ ਗਲਤ ਹੀ ਕਹੂੰਗਾ। ਮੈਂ ਗਲਤ ਨੂੰ ਸਹੀ ਕਿਵੇਂ ਕਹਿ ਰਿਹਾ ਤਾਂ ਸਹੀ ਨੂੰ ਗਲਤ ਕਿਵੇਂ ਆਖਾਂ? ਉਹਨਾਂ ਨੇ ਕਿਹਾ ਸੀ ਜੀ ਪਹਿਲੀ ਗੱਲ ਤਾਂ ਕਿਸਾਨ ਇਸ ਅੰਦੋਲਨ ਦੇ ਵਿੱਚੋਂ ਜਾਂਦੇ ਨਹੀਂ, ਜੇ ਜਾਂਦੇ ਆ ਮਜਬੂਰੀ ਦੇ ਵਿੱਚ ਤਾਂ ਮੈਂ ਜਿੰਨਾ ਕੁ ਜਾਣਦਾ ਸਿੱਖ ਆ ਜਿਹੜੇ, ਸਿੰਘ ਆ ਜਿਹੜੇ, ਉਹ 300 ਸਾਲ ਤੱਕ ਗੱਲ ਨੂੰ ਭੁੱਲਦੇ ਨਹੀਂ। ਤੇ ਜੇਕਰ MSP ਦੀ ਲਿਖਤੀ ਗਰੰਟੀ ਦੇ ਦਿੱਤੀ ਜਾਵੇ ਤਾਂ ਮੈਂ ਇਸ ਅੰਦੋਲਨ ਨੂੰ ਸਮਾਪਤ ਕਰਵਾ ਸਕਦਾ, ਇਹ ਮੈਂ ਵਾਅਦਾ ਕਰਦਾ। ਲਓ ਜੀ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠੇ, ਲੋਕਾਂ ਨੂੰ ਇਹ ਗੱਲ ਚੰਗੀ ਲੱਗੀ ਤੇ ਕਈ ਮੰਤਰੀਆਂ ਨੂੰ ਇਹ ਗੱਲ ਮਾੜੀ ਵੀ ਲੱਗੀ ਹੋਊਗੀ। ਹੁਣ ਉਹ ਗਏ ਸੀਗੇ ਇੱਕ ਵਿਆਹ ਸਮਾਗਮ 'ਚ, ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਇਦਾਂ ਦੇ ਸ਼ਬਦ ਮੂੰਹ ਦੇ ਵਿੱਚੋਂ ਕੱਢਦੇ ਹੋ, ਤੁਹਾਨੂੰ ਫਿਕਰ ਨਹੀਂ, ਤੁਹਾਨੂੰ ਗਵਰਨਰੀ ਤੋਂ ਲਾ ਕੇ ਪਰੇ ਕਰਨਗੇ? ਉਹ ਕਹਿੰਦੇ ਫਿਰ ਕੀ ਹੋ ਜਾਊਗਾ, ਮੈਂ ਬਹੁਤ ਕੁਝ ਵੇਖ ਲਿਆ ਜ਼ਿੰਦਗੀ ਦੇ ਵਿੱਚ, ਜੇ ਤਾਂ ਮੈਨੂੰ ਗਵਰਨਰੀ ਤੋਂ ਲਾਤਾ ਫਿਰ ਮੈਂ ਸਾਬਕਾ ਗਵਰਨਰ ਹੋਣ ਦੇ ਨਾਤੇ ਬੋਲੀ ਜਾਊਂ, ਤੇ ਹੁਣ ਮੈਂ ਵਰਤਮਾਨ ਗਵਰਨਰ ਹੋਣ ਦੇ ਨਾਤੇ ਬੋਲੀ ਜਾਣਾ। ਉਹ ਕਹਿੰਦੇ ਮੈਂ ਗਲਤ ਕੀ ਕੀਤਾ? ਮੈਂ ਕਿਸੇ ਪਾਰਟੀ ਦੇ ਟੇਟੇ ਚੜ੍ਹ ਕੇ ਥੋੜਾ ਕੁਝ ਬੋਲਦਾ, ਮੈਂ ਤਾਂ ਇਹ ਚਾਹੁੰਦਾ ਵੀ ਸਾਡੀ ਪਾਰਟੀ ਦਾ ਕਿਤੇ ਵੀ ਨੁਕਸਾਨ ਨਾ ਹੋਵੇ। ਮੈਂ ਇਹ ਚਾਹੁੰਦਾ ਵੀ ਉਹਨਾਂ ਨੂੰ ਪਤਾ ਲੱਗੇ ਵੀ ਗਲਤ ਗੱਲ ਕੀ ਆ। ਉਹਨਾਂ ਨੇ ਕਿਹਾ ਵੀ ਜੇਕਰ ਕਿਸੇ ਵੱਡੇ ਬੰਦੇ ਦੀ, ਕਿਸੇ ਨੇਤਾ ਦੀ ਕੁੱਤੀ ਮਰ ਜੇ ਨਾ, ਤਾਂ ਉੱਥੇ ਸ਼ੋਕ ਸੁਨੇਹਾ ਦਾ
ਹੜ ਆ ਜਾਂਦਾ। ਪਰ ਹੁਣ 250 ਦੇ ਕਰੀਬ ਕਿਸਾਨ ਆ ਜਿਹੜੇ ਬਾਰਡਰਾਂ ਦੇ ਉੱਤੇ ਸ਼ਹੀਦੀ ਪ੍ਰਾਪਤ ਕਰ ਗਏ ਆ, ਸ਼ਹੀਦ ਹੋ ਗਏ ਆ, ਤੇ ਉਹਦੇ ਬਾਬਤ ਕਿਸੇ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆਗਾ, ਮਾੜੀ ਗੱਲ ਆ। ਦੇਖੋ ਟਾਣਾ ਸਾਹਿਬ, ਤੁਹਾਨੂੰ ਯਾਦ ਹੋਏਗਾ ਵੀ ਜਦੋਂ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਵੀ ਇਹੋ ਜਿਹੀ ਅਣਸੁਖਾਵੀ ਘਟਨਾ ਵਾਪਰਦੀ ਹੈ, ਹਾਲਾਂਕਿ ਸਾਰੀ ਦੁਨੀਆ ਬਿਲਕੁਲ ਠੀਕ ਠਾਕ ਰਹੇ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਪਰ ਜਦੋਂ ਕਿਤੇ ਕੁਝ ਵੀ ਇਹੋ ਜਿਹਾ ਹੁੰਦਾ ਹੈ ਤਾਂ ਸਾਡੇ ਮੁਲਕ ਦੇ ਵੱਲੋਂ ਬੜੀ ਛੇਤੀ ਸ਼ੋਕ ਸੰਦੇਸ਼ ਜਿਹੜਾ ਜਾਰੀ ਕੀਤਾ ਜਾਂਦਾ ਵੀ ਫਲਾਣੀ ਥਾਂ ਇਹ ਹੋਇਆ, ਬਹੁਤ ਦੁੱਖ ਹੋਇਆ। ਪਰ ਹੁਣ ਅਸਲ 'ਚ ਵਾਕਈ ਇਹ ਗੱਲ ਦੁੱਖ ਦੀ ਹੈ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਲਫ਼ਜ਼ ਜਿਹੜਾ ਹੈ ਉਹ ਇਹਨਾਂ ਕਿਸਾਨਾਂ ਦੇ ਬਾਰੇ 'ਚ ਨਹੀਂ ਬੋਲਿਆ। ਇੱਕ ਵਾਰ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਜੋ ਕੁਝ ਵੀ ਹੋ ਰਿਹਾ ਹੈ ਮਾੜਾ ਹੋ ਰਿਹਾ ਹੈ, ਕੋਈ ਗੱਲ ਨਹੀਂ, ਆਪਾਂ ਮਿਲ ਬੈਠ ਕੇ ਗੱਲ ਕਰਦੇ ਆ, ਮਸਲੇ ਦਾ ਹੱਲ ਕਰਦੇ ਆ। ਇੱਕ ਵੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਪ ਨਹੀਂ ਆਏ, ਉਹਨਾਂ ਨੇ ਆ ਕੇ ਨਹੀਂ ਕਿਹਾ ਵੀ ਠੀਕ ਆ ਜੇ ਬਾਕੀਆਂ ਨਾਲ ਇੰਨੇ ਗੇੜ ਦੀ ਮੀਟਿੰਗ ਹੋ ਗਈ, ਕੋਈ ਹੱਲ ਨਹੀਂ ਨਿਕਲ ਰਿਹਾ ਤਾਂ ਹੁਣ ਮੀਟਿੰਗ 'ਚ ਮੈਂ ਬੈਠਦਾ, ਆਪਾਂ ਬੈਠ ਕੇ ਗੱਲ ਕਰਦੇ ਆ, ਕੋਈ ਗੱਲ ਨਹੀਂ। ਇੱਕੋ ਗੱਲ ਕਹੀ ਜਾਂਦੇ ਆ, ਕਾਨੂੰਨ ਬਹੁਤ ਅੱਛੇ ਹਨ, ਕਾਨੂੰਨ ਤਾਂ ਏਦਾਂ ਹਨ, ਜੇ ਕਾਨੂੰਨ ਬਹੁਤ ਅੱਛੇ ਹਨ ਤੇ ਕਿਸਾਨ ਪੱਖੀ ਹਨ ਤੇ ਕਮਾਲ ਦੀ ਕੰਮ ਕੀਤਾ ਤੁਸੀਂ, ਤਾਂ ਫਿਰ 50 ਸੂਬਿਆਂ ਦੇ ਵਿੱਚ ਇਸ ਕਾਨੂੰਨ ਦੇ ਨਾਂ ਤੇ ਵੋਟਾਂ ਕਿਉਂ ਨਹੀਂ ਮੰਗਦੇ? ਮੰਗੋ, ਤੁਸੀਂ ਕਹੋ ਜੀ ਇੰਨਾ ਵਧੀਆ ਕਾਨੂੰਨ ਲੈ ਕੇ ਆਂਦਾ, ਸਾਨੂੰ ਵੋਟਾਂ ਪਾਓ। ਤੁਸੀਂ ਤਾਂ ਕਹਿੰਦੇ ਸੀ ਵੀ ਇੱਕ ਫੋਨ ਕਾਲ ਦੀ ਦੂਰੀ, ਹਾਲੇ ਤਾਈਂ ਤੁਹਾਡਾ ਫੋਨ ਨਹੀਂ ਗਿਆ, ਕਿਸਾਨਾਂ ਦੇ ਫੋਨਾਂ ਤੇ ਨੈਟਵਰਕ ਆਉਂਦਾ ਹੈ। ਨਾਲੇ ਨਾ ਹੁਣ ਸੁਬਰਾਮਨੀਅਮ ਸਵਾਮੀ ਹੈ ਜਿਹੜੇ, ਉਹਨਾਂ ਨੇ ਵੀ ਝੰਡਾ ਚੱਕ ਲਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਕਿਸਾਨਾਂ ਨੂੰ ਇਸ ਤਰੀਕੇ ਨਾਲ ਮੁਸ਼ਕਲ ਦੇ ਵਿੱਚ ਪਾਉਣਾ ਬੜੀ ਮਾੜੀ ਗੱਲ ਹੈ। ਉਹਨਾਂ ਨੇ ਕਿਹਾ ਜੀ ਕਿ ਕਿਸਾਨਾਂ ਦੇ ਮੂਹਰੇ ਤਾਂ ਸਰਕਾਰ ਝੁਕਦੀ ਨਹੀਂ, ਪਰ ਚੀਨ ਦੇ ਮੂਹਰੇ ਪ੍ਰਧਾਨ ਮੰਤਰੀ ਸਾਹਿਬ ਮਿੰਟ 'ਚ ਝੁਕ ਜਾਂਦੇ ਆ। ਉਹਨਾਂ ਨੇ ਕਿਹਾ ਜੀ ਕਿ ਸ਼ੀ ਜਿਨਪਿੰਗ ਬਹੁਤ ਜਲਦ ਭਾਰਤ ਦੇ ਵਿੱਚ ਆਉਣਗੇ ਤੇ ਵਪਾਰ ਦਾ ਸਾਰਾ ਕੰਮ ਸਿਸਟਮ ਹੈ ਜਿਹੜਾ, ਪ੍ਰਬੰਧ ਹੈ ਜਿਹੜਾ, ਪਹਿਲਾਂ ਵਾਂਗੂ ਚੱਲ ਪੈਣਾ। ਤੇ ਅਸੀਂ ਹੁਣ ਤੱਕ ਐਵੇਂ ਖੁਸ਼ ਹੋਈ ਗਏ, 95 ਕਹਿੰਦੇ ਜੀ ਐਪਸ ਫੇਰ ਬੰਦ ਕਰਤੀਆਂ, 56 ਹੁਣੇ ਕਰਕੇ ਹਟਿਆ ਜੀ। ਬਿਲਕੁਲ ਸਹੀ, ਪਰ ਗੱਲ ਇੱਕ ਹੋਰ ਹੈ ਟਾਣਾ ਸਾਹਿਬ, ਹਮੇਸ਼ਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਆਪਾਂ ਸਾਰੇ ਭੈਣ ਭਰਾ ਹਾਂ, ਆਪਾਂ ਸਾਰੇ ਇੱਕ ਮੁਲਕ ਦੇ ਵਾਸੀ ਹਾਂ, ਇਹ ਮੁਲਕ ਸਾਡਾ ਘਰ ਹੈ, ਇਹਦੇ 'ਚ ਆਪਾਂ ਪਿਆਰ ਨਾਲ ਰਹਿੰਦੇ ਹਾਂ। ਇਹ ਸਾਰੀਆਂ ਗੱਲਾਂ ਆਪਾਂ ਮੰਨ ਗਏ, ਪਰ ਜਦੋਂ ਘਰ ਦੇ ਵਿੱਚ ਕਿਤੇ ਵੀ ਕਿਸੇ ਵੀ ਗੱਲ ਨੂੰ ਲੈ ਕੇ ਕੋਈ ਸਮੱਸਿਆ ਖੜੀ ਹੁੰਦੀ ਹੈ ਤਾਂ ਉਸ ਸਮੱਸਿਆ ਦਾ ਹੱਲ ਘਰ ਦੇ ਸਾਰੇ ਜੀ ਬਹਿ ਕੇ ਕੱਢਦੇ ਨੇ, ਤੇ ਫਿਰ ਆਪਾਂ ਬਹਿ ਕੇ ਕਿਉਂ ਨਹੀਂ ਸਮੱਸਿਆ ਦਾ ਹੱਲ ਕੱਢਦੇ? ਪਰ ਇਹ ਵੀ ਹੈ ਨਾ ਵੀ ਆਪਾਂ ਘਰ ਦੇ ਜੀਆਂ ਨੂੰ ਆਪਣੇ ਸਮਝਿਆ ਹੋਵੇ ਤਾਂ, ਜੇ ਆਪਾਂ ਘਰ ਦੇ ਜੀ ਸਮਝਦੇ ਹੋਗੇ, ਬਹਿਨੋ ਔਰ ਭਾਈਓ ਸੱਚੀ ਮੁੱਚੀ ਸਮਝਦੇ ਹੋਗੇ, ਫਿਰ ਨਿਕਲਦਾ ਹੱਲ। ਬਿਲਕੁਲ, ਉਹ ਘਰ ਦੇ ਜੀ ਨੇ, ਕੋਈ ਕਿਰਾਏਦਾਰ ਨਹੀਂ ਹੈਗੇ ਜਿਨ੍ਹਾਂ ਨਾਲ ਤੁਸੀਂ ਇਹੋ ਜਿਹਾ ਸਲੂਕ ਕਰ ਰਹੇ ਹੋ, ਉਹ ਤੁਹਾਡੇ ਆਪਣੇ ਭੈਣ ਭਰਾ ਨੇ, ਤੁਸੀਂ ਕਹਿੰਦੇ ਹੋ ਤਾਂ ਹੱਲ ਕੱਢੋ ਫਿਰ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਸਿਰਫ ਕਿਸਾਨ ਹੀ ਕਰਜ਼ਦਾਰ ਨਹੀਂ, ਵਿਦਿਆਰਥੀ ਵੀ ਕਰਜ਼ਦਾਰ ਆ। ਬਾਹਰਲੇ ਮੁਲਕ ਦੇ ਵਿੱਚ ਜਦੋਂ ਆਪਾਂ ਕਹਿੰਦੇ ਨੇ ਇਹਨੂੰ ਸਟੱਡੀ ਲੋਨ, ਜਦੋਂ ਪੜ੍ਹਾਈ ਦੇ ਉੱਤੇ ਕਰਜ਼ਾ ਲੈਂਦੇ ਵਿਦਿਆਰਥੀ ਕਿ ਮੈਂ ਆਹ ਡਿਗਰੀ ਕਰਨੀ ਆ, ਮੈਂ ਆਹ ਪੜ੍ਹਾਈ ਕਰਨੀ ਆ, ਜਦੋਂ ਉਹਨਾਂ ਦੀ ਨੌਕਰੀ ਲੱਗ ਜਾਂਦੀ ਹੈ ਤਾਂ ਤਨਖਾਹ ਦੇ ਵਿੱਚੋਂ ਕਿਸ਼ਤ ਜਾਣੀ ਸ਼ੁਰੂ ਹੋ ਜਾਂਦੀ ਹੈ। ਉਨੀ ਦੇਰ ਤੱਕ ਬੇਰੁਜ਼ਗਾਰ ਨੂੰ ਤੰਗ ਪਰੇਸ਼ਾਨ ਕੋਈ ਨਹੀਂ ਕਰਦਾ। ਪਰ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਇਹੋ ਜਿਹੇ ਆ ਜਿਨ੍ਹਾਂ ਨੇ ਸਟੱਡੀ ਲੋਨ ਲਿਆ, ਉਹਨਾਂ ਦੇ ਕੋਲੋਂ ਕਿਸ਼ਤਾਂ ਨਹੀਂ ਮੋੜੀਆਂ ਜਾਂਦੀਆਂ ਤੇ ਹੁਣ ਤੰਗ ਉਹਨਾਂ ਨੂੰ ਵੀ ਕੀਤਾ ਜਾ ਰਿਹਾ। ਜੀ ਬਿਲਕੁਲ, ਅੰਕੜੇ ਸਾਹਮਣੇ ਆਏ ਨੇ ਟਾਣਾ ਸਾਹਿਬ, ਔਰ ਇਹ ਅੰਕੜੇ ਕਹਿੰਦੇ ਨੇ ਕਿ ਜਿਹੜੇ ਪੰਜਾਬੀ ਨੇ 1800 ਕਰੋੜ ਦਾ ਕਰਜ਼ਾ ਹੈ ਨਾ ਵਿਦਿਆਰਥੀਆਂ ਪੰਜਾਬ ਦੇ ਵਿਦਿਆਰਥੀ ਜੀ, ਔਰ 30,000 ਦੇ ਨੇੜੇ ਤੇੜੇ ਵਿਦਿਆਰਥੀ ਬਣਦੇ ਨੇ। ਔਰ ਪੰਜਾਬ ਦੇ ਤਕਰੀਬਨ 1849 ਵਿਦਿਆਰਥੀ ਇਹੋ ਜਿਹੇ ਨੇ ਜਿਹੜੇ ਕਿ ਆਪਣਾ ਕਰਜ਼ਾ ਮੋੜ ਹੀ ਨਹੀਂ ਸਕੇ। ਉਹਨਾਂ ਨੇ ਕਰਜ਼ਾ ਲਿਆ ਸੀ ਪਰ ਉਹ ਵਾਪਸ ਨਹੀਂ ਕਰ ਸਕੇ, ਤੇ ਇਸ ਲਈ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਰਕਮ ਹੈ ਇਹ ਤਕਰੀਬਨ ਬਣਦੀ ਹੈ 52 ਕਰੋੜ 63 ਲੱਖ ਰੁਪਏ ਦਾ ਲੋਨ, ਜਿਹੜਾ ਕਿ ਫਿਰ ਵੱਟੇ ਖਾਤੇ ਪਾਉਣਾ ਪਿਆ ਬੈਂਕਾਂ ਨੂੰ, ਤੇ ਇਹ ਕਹਿੰਦੇ ਵੀ NPA ਦੇ ਵਿੱਚ ਪਾਤਾ ਜੀ। ਉਸ ਤੋਂ ਬਾਅਦ ਵਿੱਚ ਜੇ ਹਰਿਆਣੇ ਦੀ ਆਪਾਂ ਗੱਲ ਕਰੀਏ, ਹਰਿਆਣੇ ਦੇ ਵਿੱਚ 33,517 ਵਿਦਿਆਰਥੀ ਨੇ ਇਹੋ ਜਿਹੇ ਜਿਨ੍ਹਾਂ ਦੇ ਸਿਰ ਦੇ ਉੱਪਰ ਕਰਜ਼ਾ ਹੈ, ਔਰ ਇਹ ਕਰਜ਼ਾ ਬਣਦਾ 1644 ਕਰੋੜ ਰੁਪਏ ਦਾ। ਬਿਲਕੁਲ ਹਰਬੰਸ ਜੀ, ਗੱਲ ਇਹ ਹੈ ਬਈ ਵਿਦਿਆਰਥੀ ਸਿਆਣੇ ਆ, ਸੁਘੜ ਆ, ਜਿਹਦੇ ਕਰਕੇ ਉਹ ਕਰਜ਼ਾ ਲੈ ਕੇ ਤੇ ਆਪਦੀ ਪੜ੍ਹਾਈ ਨੂੰ ਅੱਗੇ ਚਲਾਉਂਦੇ ਆ ਜੀ। ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾਗਾ ਵੀ ਜਦੋਂ ਅਸੀਂ ਡਿਗਰੀ ਕਰ ਲਈ ਉਸ ਤੋਂ ਬਾਅਦ ਮਟਕਾ ਚੌਂਕ ਦੇ ਵਿੱਚ ਡਾਂਗਾ ਖਾਣ ਤੇ ਵੀ ਸਮਾਂ ਲੱਗਣਾ। ਇਹਨਾਂ ਨੂੰ ਤਾਂ ਪਤਾ ਨਾ, ਕਿਉਂਕਿ ਸਰਕਾਰਾਂ ਨੇ ਨੌਕਰੀਆਂ ਦੇਣੀਆਂ ਹੁੰਦੀਆਂ, ਨੌਕਰੀ ਮਿਲੂਗੀ ਕਿਸੇ ਗਰੀਬ ਨੂੰ, ਕਿਸੇ ਵਿਅਕਤੀ ਨੂੰ ਕਾਬਲੀਅਤ ਦੇ ਮੁਤਾਬਕ, ਉਹ ਕਿਸ਼ਤ ਤਾਂ ਲਾਊਗਾ, ਨਹੀਂ ਤਾਂ ਉਹਨੇ ਕਿੱਥੋਂ ਲਿਆਉਣੀ ਹੈ? ਜੇ ਉਹਦੇ ਕੋਲੇ ਕਿਸ਼ਤ ਦੇਣ ਜੋਗੇ ਪੈਸੇ ਹੁੰਦੇ ਉਹ ਕਰਜ਼ਾ ਹੀ ਕਿਉਂ ਲੈਂਦਾ? ਪਹਿਲਾਂ ਹੀ ਘਰ ਦੇ ਵਿੱਚੋਂ ਪੈਸੇ ਲੈ ਕੇ ਪੜ੍ਹਾਈ ਕਰ ਲੈਂਦਾ। ਫਿਰ ਉਸ ਤੋਂ ਬਾਅਦ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹਨਾ, ਫਿਰ ਉਸ ਤੋਂ ਬਾਅਦ ਕਹਿੰਦੇ ਜੀ ਕਿ ਹੁਣ ਨਾ ਤੁਹਾਨੂੰ ਅਸੀਂ ਠੇਕੇ ਤੇ ਰੱਖ ਲੈਂਦੇ ਆ। ਕਈ ਸਾਲ ਉਹਨਾਂ ਨੂੰ 5, 7, 10 ਹਜ਼ਾਰ ਰੁਪਇਆ ਠੇਕੇ ਤੇ ਰੱਖਦੇ ਆ ਤੇ ਉੱਤੋਂ ਕਿਸ਼ਤ ਕਿੰਨੀ ਬਣੀ ਪਈ ਹੁੰਦੀ ਜਿਹੜੀ ਦੇਣ ਵਾਲੀ ਆ। ਸੋ ਬੰਦਾ ਜਾਵੇ ਤਾਂ ਜਾਵੇ ਕਿੱਥੇ, ਬੰਦਾ ਕਿਹੜੇ ਖੂਹ ਖਾਤੇ ਪਵੇ? ਤੁਸੀਂ ਇਹ ਵੇਖੋ ਟਾਣਾ ਸਾਹਿਬ, ਮੈਂ ਕੱਲ ਇੱਕ ਭਾਈ ਸਾਹਿਬ ਨੂੰ ਮਿਲੀ, ਉਹਨਾਂ ਦੇ ਨਾਲ ਐਵੇਂ ਪੜ੍ਹਾਈ ਲਿਖਾਈ ਦੀ ਗੱਲ ਹੋਣ ਲੱਗੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ CTET 3 ਕੇ 5 ਵਾਰ ਪਾਸ ਕੀਤਾ ਹੋਇਆ, ਲੋਕਾਂ ਤੋਂ ਇੱਕ ਵਾਰ ਨਹੀਂ ਹੁੰਦਾ, ਮੈਂ 3 ਜਾਂ 5 ਵਾਰ ਉਹ ਪਾਸ ਕੀਤਾ ਹੋਇਆ ਹੈ ਨਾ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਨੌਕਰੀ ਕਿਉਂ ਨਹੀਂ ਕੀਤੀ, ਫਿਰ ਵੀ ਤੁਸੀਂ ਬੇਰੁਜ਼ਗਾਰ ਕਿਉਂ ਹੋ ਜਾਂ ਤੁਸੀਂ ਘੱਟ ਪੈਸਿਆਂ ਦੇ ਉੱਪਰ ਕੰਮ ਕਿਉਂ ਕਰ ਰਹੇ ਹੋ? ਤਾਂ ਉਹ ਕਹਿੰਦੇ ਜੀ ਮੈਨੂੰ ਡਾਂਗਾ ਨਹੀਂ ਖਾਣੀਆਂ ਆਉਂਦੀਆਂ। ਤੇ ਮੈਂ ਚੁੱਪ ਸੀ ਉੱਥੇ ਕਿ ਉਹਨਾਂ ਦੀ ਗੱਲ ਆਪਣੀ ਥਾਂ ਦੇ ਉੱਪਰ ਸਹੀ ਸੀ ਕਿ ਇਹ ਟ੍ਰੇਨਿੰਗ ਤਾਂ ਕਿਤੇ ਵੀ ਨਹੀਂ ਦਿੱਤੀ ਜਾਂਦੀ ਨਾ। ਜਿਹੜੇ ਮੌਕੇ ਤੇ ਨੌਕਰੀ ਦੇਣੀ ਹੁੰਦੀ ਹੈ ਨਾ, ਉਸ ਮੌਕੇ ਤੇ ਡਾਂਗਾ ਮਾਰ-ਮਾਰ ਪੂੜੇ ਸੇਕ ਦਿੰਦੇ ਹੋ ਤੁਸੀਂ, ਤੇ ਫਿਰ ਤੁਸੀਂ ਕਹਿੰਦੇ ਵੀ ਭਾਈ ਬੈਂਕਾਂ ਨੂੰ ਵੱਟੇ ਖਾਤੇ ਦੇ ਵਿੱਚ ਕਰਜ਼ਾ ਪਾਉਣਾ ਪਿਆ। ਤੁਸੀਂ ਕਾਬਲ ਤਾਂ ਬਣਾਓ ਨਾ,
ਤੁਹਾਡਾ ਫਰਜ਼ ਬਣਦਾ ਤੁਸੀਂ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਜਵਾਨੀ ਨੂੰ ਕਾਬਲ ਬਣਾਓ। ਆ ਦੇਖੋ ਹੁਣ ਵਰਤਮਾਨ ਸਰਕਾਰ ਆ, ਇਹਨਾਂ ਨੇ 2017 ਦੇ ਵਿੱਚ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਬੇਰੁਜ਼ਗਾਰਾਂ ਨੂੰ ਅਸੀਂ ਭੱਤਾ ਦੇਵਾਂਗੇ 2500 ਰੁਪਇਆ ਮਹੀਨਾ, ਪਰ ਕਿਸੇ ਨੂੰ 25 ਰੁਪਏ ਮਿਲੇ। ਇਹਦੇ ਬਾਰੇ ਜਾਣਕਾਰੀ ਦੇ ਦਿਓ ਜੀ। ਕਿਸੇ ਵੀ ਸਰਕਾਰ ਨੇ ਟਾਣਾ ਸਾਹਿਬ ਰੋਜ਼ਗਾਰ ਪੈਦਾ ਕਰਨ ਦੀ ਤਾਂ ਗੱਲ ਹੀ ਨਹੀਂ ਕੀਤੀ। ਅਸੀਂ ਗੱਲ ਕਰਦੇ ਆ ਯਾਦਗਾਰਾਂ ਦੀ, ਅਸੀਂ ਗੱਲ ਕਰਦੇ ਆ ਬੁੱਤਾਂ ਦੀ, ਅਸੀਂ ਗੱਲ ਕਰਦੇ ਆ ਕਿ ਇੱਥੇ ਆ ਇੰਨਾ ਕਰੋੜ ਲਾ ਦਾਂਗੇ, ਇੰਨਾ ਕਰੋੜ। ਠੀਕ ਹੈ, ਤੁਸੀਂ ਜੇਕਰ ਕਿਸੇ ਸ਼ਖਸ ਨੂੰ ਯਾਦ ਕਰਨਾ ਚਾਹੁੰਦੇ ਹੋ, ਕਿਸੇ ਮਹਾਨ ਹਸਤੀ ਨੂੰ, ਸ਼ਖਸੀਅਤ ਨੂੰ ਯਾਦ ਕਰਨਾ ਚਾਹੁੰਦੇ ਹੋ, ਉਹਦੇ ਲਈ ਯਾਦਗਾਰਾਂ ਬਣਾਉਣ ਦੀ ਥਾਂ ਤੇ ਜੇਕਰ ਆਪਾਂ ਰੋਜ਼ਗਾਰ ਦਾ ਕੋਈ ਮੌਕਾ ਪੈਦਾ ਕਰੀਏ ਤੇ ਉਸ ਮੌਕੇ ਦਾ ਨਾਮ ਉਹਨਾਂ ਦੇ ਨਾਂ ਦੇ ਉੱਪਰ ਰੱਖ ਦਿੱਤਾ ਜਾਵੇ ਤਾਂ ਕੀ ਇਹ ਮਾੜੀ ਗੱਲ ਹੋਊਗੀ? ਬਿਲਕੁਲ ਸਹੀ। ਪਰ ਅਸੀਂ ਕਦੇ ਸੋਚਦੇ ਹੀ ਨਹੀਂ ਰੋਜ਼ਗਾਰ ਪੈਦਾ ਕਰਨ ਬਾਰੇ। ਅਸੀਂ ਕਦੇ ਨਹੀਂ ਸੋਚਦੇ ਹਾਂ ਇੰਨਾ ਜ਼ਰੂਰ ਦੱਸ ਦਿੰਨੇ ਆ ਇੰਨੀਆਂ ਜਾਇਦਾਦਾਂ ਵੇਚ ਦਿਆਂਗੇ, ਇੰਨੇ ਕਰੋੜ ਦਾ ਕਰਜ਼ਾ ਚੜ ਗਿਆ ਸਿਰ ਦੇ ਉੱਪਰ, ਇੰਨੇ ਹਜ਼ਾਰ ਕਰੋੜ ਜਿਹੜਾ ਕਰਜ਼ਾ ਹਰ ਬੰਦਾ ਲਈ ਫਿਰਦਾ ਹੈ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਤਾਂ ਆਪਾਂ ਘੁੰਮ ਰਹੇ, ਪਰ ਕਰਜ਼ਾ ਲਾਉਣਾ ਕਿਵੇਂ ਹੈ? ਇਹ ਖਰੀਦਦੇ ਵੀ ਆ। ਕੀ ਖਰੀਦਦੇ ਨੇ? ਕਈ ਚੈਨਲ ਖਰੀਦ ਲਏ ਇਹਨਾਂ ਨੇ, ਇਹਨਾਂ ਨੇ ਜ਼ਮੀਰਾਂ ਖਰੀਦ ਲਈਆਂ, ਵੋਟਾਂ ਦੇ ਮੌਕੇ ਲੋਕ ਖਰੀਦ ਲਏ। ਕੀ ਨਹੀਂ ਖਰੀਦਿਆ? ਇਹ ਵੀ ਗੱਲ ਸਹੀ ਆ। ਸਾਰੇ ਹਮੇਸ਼ਾ ਇਹੀ ਗੱਲ ਕਰਦੇ ਵਿਕ ਗਿਆ ਵਿਕ ਗਿਆ ਵਿਕ ਗਿਆ। ਖਰੀਦਣ ਬਾਰੇ ਕਦੇ ਨਹੀਂ ਗੱਲ ਕੀਤੀ। ਖਰੀਦਦੇ ਆ, ਬਿਲਕੁਲ ਸਹੀ, ਖਰੀਦਦੇ ਨੇ। ਸੋ ਖੈਰ ਚਲੋ, ਇਹਨਾਂ ਦਾ ਖਰੀਦੋ ਫਰੋਖਤ ਇਹਨਾਂ ਨੂੰ ਮੁਬਾਰਕ, ਪਰ ਆਮ ਲੋਕਾਂ ਬਾਰੇ ਵੀ ਸੋਚਣ ਜਿਨ੍ਹਾਂ ਨੇ ਕੁਰਸੀਆਂ ਤੇ ਬਿਠਾਏ ਨੇ। ਸੋ ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਅਸੀਂ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।